पर ये अज कलंक लाउणा है, हुण मर जाण नक्क डबो के जे हुण भी पर करप्शन करनगे बंदा रखणगे बई नौकरी छड्ड जाण। मैं कहना कोई गल नहीं, फिर जे किसी का सरदा ही नहीं हैगा भाई होर वपार कर लो कोई जाके। ये किरपा करके हुण साडे पटवार दे उत्ते कोई वपार ना करे। ਉਹ ज्वाइनिंग लैटर देना जे भगवंत मान सर ने आ परसों ਨੂੰ ਉਹਨਾਂ ਦੇ ਖਿਲਾਫ ਕਮੈਂਟ ਪਾਈ ਬੰਦੇ ਕਰਪਟ ਨੇ ਫਲਾਣੇ ਉਹਨਾਂ ਨੇ ਜੇ ਟ੍ਰੇਨਿੰਗ ਨਹੀਂ ਕਰੀ ਜੁਆਇਨ ਨਹੀਂ ਕਰਿਆ। ਉਹ ਭਾਈ ਫਿਰ ਇਹੋ ਜਿਹੇ ਜਿਹੜੇ ਤੁਸੀਂ ਕਰ ਲਓ ਜੁਆਇਨ। ਉਹਨਾਂ ਨੂੰ ਕਹਿਣਾ ਵੀ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਦਾ ਜਿਹੜੀ ਆ ਐਫਸੀਆਈ ਦੇ ਵਾਲੇ ਫੇਸਬੁੱਕ ਵਾਲੇ ਭਲਵਾਨ ਨੇ ਇਹਨਾਂ ਨੂੰ ਜ਼ਰੂਰ ਸੱਦ ਲਓ, ਇਹਨਾਂ ਨੂੰ ਦਿਓ ਮੌਕਾ। ਉਹ ਥੱਲੇ ਕਮੈਂਟ ਕਰ ਰਹੇ ਨੇ ਜਾਂ ਜੈਨੂਇਨ ਬੰਦਾ ਲਿਖ ਰਿਹਾ ਕਿਤੇ ਨਾ ਕਿਤੇ ਕਮੀ ਤਾਂ ਹੋਊਗੀ ਨਾ। ਫਿਰ ਪਟਵਾਰ ਯੂਨੀਅਨ ਕਮੀ ਮੰਨ ਲਵੇ ਵੀ ਸਾਡੇ 'ਚ ਕਮੀ ਹੈਗੀ ਹੈ, ਪਰ ਕਮ ਸੇ ਕਮ ਜੋ ਕਰਪਟ ਨੇ ਪਟਵਾਰ ਯੂਨੀਅਨ ਉਹ ਤਾਂ ਮੰਨ ਲਵੇ ਵੀ ਠੀਕ ਹੈ ਭਾਈ ਕਰਪਸ਼ਨ ਕੀਤੀ ਹੈ, ਫੜ ਲਓ ਜਾ ਕੇ ਇਹਨਾਂ ਨੂੰ। ਇਹ ਮੈਂ ਮੰਨ ਰਿਹਾ ਵੀ 5-7% ਸਾਡੇ 'ਚ ਵਪਾਰੀ ਹੈਗੇ ਨੇ, ਮੈਂ ਤਾਂ ਮੰਨ ਰਿਹਾ 5-7% ਕਿ ਇਸ ਤੋਂ ਜ਼ਿਆਦਾ ਵੀ ਹੈਗੇ ਨੇ। ਨਹੀਂ 5-7% ਹੀ ਨੇ, ਬਾਕੀ ਤੇ ਐਡੀ ਗੱਲ ਨਹੀਂ। ਉਹ ਉਹਨਾਂ ਨੂੰ ਦੇਖ ਕੇ ਫਿਰ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਜਦ। ਤੁਹਾਡਾ ਪ੍ਰੋਟੈਸਟ ਕਰਨਾ ਰਾਈਟ ਹੈ, ਪਰ ਇੱਕ ਕਰਪਸ਼ਨ ਵਿੱਚ ਫਸਿਆ ਪਟਵਾਰੀ ਦੇ ਹੱਕ ਵਿੱਚ ਕੀ ਪ੍ਰੋਟੈਸਟ ਕਰਨਾ ਰਾਈਟ ਹੈ? ਅਗਰ ਕੋਈ ਪਟਵਾਰੀ ਰੈੱਡ ਹੈਂਡਡ ਫੜਿਆ ਜਾਊਗਾ ਅਸੀਂ ਕੋਈ ਮਤ ਨਹੀਂ ਕਰਦੇ। ਜਿਹੜੀ ਅਸੀਂ ਗੱਲ ਉਹ ਮੰਗ ਖੁਦ ਪਟਵਾਰੀ ਪ੍ਰੋਟੈਸਟ ਕਰਦੇ ਨੇ ਕਿ ਪਟਵਾਰੀ ਫੜਿਆ ਜਾਂਦਾ ਕਿਉਂ ਫੜ ਕੇ ਲੈ ਕੇ ਚੱਲਿਓ, ਇਹਦੇ ਤੇ ਦੋਸ਼ ਸਾਬਿਤ ਕਰੋ। ਤੁਹਾਨੂੰ ਪਤਾ ਹੀ ਹੈ ਤੁਸੀਂ ਕਲੰਕ ਤੁਹਾਡੇ ਤੇ ਜਿਹੜਾ ਬੰਦੇ ਰੱਖਣ ਦਾ ਤੇ ਕਰਪਸ਼ਨ ਦਾ ਹੈ, ਇਹ ਤੁਹਾਨੂੰ ਹੁਣ ਲਾ ਦੇਣਾ ਚਾਹੀਦਾ। ਜੇ ਸਾਡਾ ਸੀਐਮ ਇਮਾਨਦਾਰ ਹੈ ਤਾਂ ਸਾਨੂੰ ਵੀ ਇਮਾਨਦਾਰ ਬਣਨਾ। ਵੀ ਪਟਵਾਰੀ ਤੋਂ ਲੈ ਕੇ ਸੀਐਮ ਤੱਕ ਇਹ ਕਰਪਸ਼ਨ ਦਾ ਜੋ ਰਾਹ ਚੱਲ ਰਿਹਾ ਹੈ ਇਹ ਜੇ ਬੰਦ ਕਰਨਾ ਹੈ ਇਹ ਪਹਿਲਾਂ ਉੱਪਰੋਂ ਬੰਦ ਕਰਨਾ ਪਊਗਾ, ਥੱਲੇ ਨੂੰ ਹੁੰਦਾ ਆਪੀ ਜਾਈ ਜਾਊਗਾ। ਜੇ ਉਹਨਾਂ ਦੇ ਪਰਿਵਾਰ ਦੀ ਇਨਕਮ ਤੋਂ ਵੱਧ ਜ਼ਮੀਨ ਹੈਗੀ ਹੈ ਤਾਂ ਸਰਕਾਰ ਨੂੰ ਜ਼ਬਤ ਕਰ ਲੈਣੀ ਚਾਹੀਦੀ ਹੈ। ਬਲਕਾਰ ਸਿੰਘ ਦੇ ਪਰਚਾ ਦਿਓ, ਉਹਨੂੰ ਫਾਹੇ ਲਾ ਦਿਓ, ਉਹਦਾ ਫਾਂਸੀ ਲਾ ਦਿਓ, ਅਸੀਂ ਬਿਲਕੁਲ ਨਹੀਂ ਬੋਲਾਂਗੇ। ਹੁਣ ਮੰਨ ਲਈਏ ਕਿ ਕੋਈ ਵੀ ਪਟਵਾਰੀ ਹੁਣ ਪ੍ਰਾਈਵੇਟ ਨੌਜਵਾਨ ਨੂੰ ਆਪਣੇ ਨਾਲ ਨਹੀਂ ਰੱਖੇਗਾ, ਇਹ ਮੰਨ ਲਈ ਅੱਜ ਤੋਂ ਬਾਅਦ ਪੰਜਾਬ 'ਚ ਜੇ ਤੁਹਾਡੇ ਮੀਡੀਆ ਨੂੰ ਵੀ ਸਾਡੀ ਖੁੱਲੀ ਆ, ਅਗਰ ਕਿਸੇ ਕੋਲੇ ਹੈਗਾ ਫੜਾ ਦਿਓ, ਸਾਨੂੰ ਕੀ ਹੈ। ਮੈਂ ਤਾਂ ਆਪ ਅਸੀਂ ਫੜਾਂਗੇ ਕੋਈ ਜੇ ਕਿਸੇ ਨੇ ਪ੍ਰਾਈਵੇਟ ਬੰਦਾ ਰੱਖਿਆ। ਯਾਰ ਅਣਖ ਨਾਲ ਜਿਉਣਾ ਚਾਹੀਦਾ ਹੈ, ਕੋਈ ਦੋ ਰੋਟੀਆਂ ਖਾਣੀਆਂ ਨੇ, ਇਹ ਕੋਈ ਗੱਲ ਬਣੀ ਆਪਾਂ। ਤੁਸੀਂ ਪਟਵਾਰੀਆਂ ਨਾਲ ਸਿੱਧਾ ਪੰਗਾ ਲੈਣਾ ਠੀਕ ਨਹੀਂ। ਤੁਹਾਨੂੰ ਇਹ ਮਤਲਬ ਚੰਗਾ ਨਹੀਂ ਲੱਗਦਾ ਕਿਉਂਕਿ ਵਿੱਚ ਹੋਰ ਬੜੇ ਲੈਵਲ ਹੈਗੇ ਆ। ਕਈ ਵਾਰ ਤੁਹਾਡੇ ਤੋਂ ਜਿਹੜੇ ਅਫਸਰਸ਼ਾਹੀ ਹੈ ਜੋ ਪਤਾ ਨਹੀਂ ਕੌਣ ਹੈ, ਜਾਣੇ ਅਣਜਾਣੇ, ਜੇ ਤੁਹਾਡੇ ਕੋਲੋਂ ਇਹ ਜਿਹੜੀਆਂ ਸਟੇਟਮੈਂਟਾਂ ਗਲਤ ਦਬਾਈਆਂ ਜਾ ਰਹੀਆਂ ਨੇ। ਜੋ ਮਾਨ ਸਾਹਿਬ ਅੰਕੜਾ ਪੇਸ਼ ਕਰਦੇ ਨੇ ਕਿ ਅਸੀਂ ਇੰਨੇ ਨੌਜਵਾਨ ਪਟਵਾਰੀ ਰੱਖਾਂਗੇ, ਉਹ ਅੰਕੜਾ ਬਿਲਕੁਲ ਸਹੀ ਹੈ ਕਿ ਉਹਨੇ ਪਟਵਾਰੀ ਪੰਜਾਬ ਨੂੰ ਚਾਹੀਦੇ ਨੇ? ਨਹੀਂ ਜੀ, ਜਿੰਨਾ ਉਹਨਾਂ ਨੇ ਅੰਕੜਾ ਦਿੱਤਾ ਉਹ ਗਲਤ ਪੇਸ਼ ਕੀਤਾ ਮੁੱਖ ਮੰਤਰੀ ਸਾਹਿਬ ਨੇ। ਪਟਵਾਰੀਆਂ ਨੂੰ ਲੈ ਕੇ ਸੀਐਮ ਸਾਹਿਬ ਨੇ ਪੋਸਟਾਂ ਕੱਢੀਆਂ ਨੇ। ਸੀਐਮ ਸਾਹਿਬ ਨੇ ਕਿਹਾ ਕਿ ਜੇ ਕਲਮ ਛੋੜ ਹੜਤਾਲ ਹੋਏਗੀ ਤਾਂ ਉਹ ਕਲਮ ਨੌਜਵਾਨਾਂ ਨੂੰ ਫੜਾ ਦਿੱਤੀ ਜਾਵੇਗੀ ਜੋ ਬੇਰੁਜ਼ਗਾਰ ਨੇ। ਹੁਣ ਪੋਸਟਾਂ ਜੋ ਕੱਢੀਆਂ ਨੇ, ਜੋ ਮਾਨ ਸਾਹਿਬ ਗੱਲ ਕਹਿ ਨੇ ਕਿ ਉਹ ਸਪਸ਼ਟ ਕਰਦੇ ਨੇ ਜਿਹੜੇ ਨੌਜਵਾਨ ਰੱਖੇ ਜਾਣਗੇ ਕਿ ਉਹਨਾਂ ਦੀ ਤਨਖਾਹ ਕਿੰਨੀ ਹੋਏਗੀ, ਰੈਗੂਲਰ ਹੋਣਗੇ, ਕਿਸ ਬਿਹਾਵ ਦੇ ਉੱਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਸਾਡੇ ਨਾਲ ਮੌਜੂਦ ਨੇ ਮੋਹਨ ਸਿੰਘ ਜੋ ਕਿ ਸਾਬਕਾ ਪਟਵਾਰ ਯੂਨੀਅਨ ਦੇ ਪ੍ਰਧਾਨ ਚੁੱਕੇ ਨੇ। ਇਹਨਾਂ ਦੇ ਨਾਲ ਚਰਚਾ ਕਰਾਂਗੇ ਜੋ ਮਾਨ ਸਾਹਿਬ ਦੇ ਸ਼ਬਦ ਸਨ ਕਿ ਕਿਤੇ ਸ਼ਬਦਾਂ ਦੇ ਵਿੱਚ ਹੇਰ-ਫੇਰ ਹੈ ਜਾਂ ਮਾਨ ਸਾਹਿਬ ਨੇ ਸਪਸ਼ਟ ਕਰ ਦਿੱਤਾ ਕਿ ਸਾਡੇ ਕੋਲ ਇੰਨੇ ਨੌਜਵਾਨ ਮੌਜੂਦ ਨੇ ਤੇ ਪਟਵਾਰ ਯੂਨੀਅਨ ਦਾ ਉਹ ਕੰਮ ਸੰਭਾਲਣਗੇ। ਯਾਨੀ ਕਿ ਪੰਜਾਬ ਦੇ ਵਿੱਚ ਜੋ ਪਟਵਾਰੀ ਨੇ ਉਹ ਸਰਕਾਰੀ ਨੌਕਰੀ ਦੇ ਬੈਠਣ ਦੇ। ਮੋਹਨ ਸਿੰਘ ਸਾਡੇ ਨਾਲ ਨੇ। ਸਰ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਿਸ ਤਰੀਕੇ ਦੇ ਨਾਲ ਪਟਵਾਰੀਆਂ ਨੂੰ ਲੈ ਕੇ ਜਾਂ ਮਾਨ ਸਾਹਿਬ ਨੂੰ ਲੈ ਕੇ ਇਹ ਚਰਚਾ ਚੱਲਦੀ ਪਈ ਹੈ। ਜੇ ਆਪਾਂ ਪਿੱਛੇ ਨਾ ਵੀ ਜਾਈਏ, ਜੇ ਵੀਡੀਓ ਦੀ ਗੱਲ ਕਰ ਲਈਏ, ਮਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਇੰਨੇ ਵਿਅਕਤੀ ਜਾਂ ਇੰਨੇ ਨੌਜਵਾਨ ਰੱਖਣ ਜਾ ਰਿਹਾ, ਉਹਦਾ ਕ੍ਰਾਈਟੇਰੀਆ ਕੀ ਹੋਊਗਾ, ਕਿਸ ਤਹਿਤ ਰੱਖੇ ਜਾਣਗੇ? ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਧੰਨਵਾਦ ਕਰਦਾ ਵੀ ਉਹ 8 ਤਰੀਕ ਨੂੰ 710 ਬੱਚੇ ਨੂੰ ਜਿਹੜਾ ਨਿਯੁਕਤੀ ਪੱਤਰ ਦੇਣ ਜਾ ਰਹੇ ਨੇ। ਪਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਜਿਵੇਂ 6 ਜੁਲਾਈ 2022 ਨੂੰ ਤੁਸੀਂ ਐਲਾਨ ਕੀਤਾ ਸੀ, ਜੋ ਪਿੱਛੇ 1090 ਬੱਚਿਆਂ ਨੂੰ ਜਦੋਂ ਤੁਸੀਂ ਨਿਯੁਕਤੀ ਪੱਤਰ ਦਿੱਤੇ ਸੀ ਤਾਂ ਤੁਸੀਂ ਕਿਹਾ ਸੀ ਵੀ ਅੱਜ ਤੋਂ ਬਾਅਦ ਵੀ ਤੁਹਾਨੂੰ ਪੂਰੀ ਤਨਖਾਹ ਮਿਲੇਗੀ, ਤੁਹਾਡੀ ਟ੍ਰੇਨਿੰਗ 1.5 ਸਾਲ ਦੀ ਬਜਾਏ 1 ਸਾਲ ਹੋਵੇਗੀ। ਪਰ ਉਹ ਬੱਚਿਆਂ ਨੇ ਟ੍ਰੇਨਿੰਗ ਵੀ 1 ਸਾਲ ਕੰਪਲੀਟ ਕਰ ਲਈ ਹੈ, ਪਰ ਉਹਨਾਂ ਨੂੰ ਤਨਖਾਹ ਪੂਰੀ ਨਹੀਂ ਦਿੱਤੀ ਗਈ, ਪਰ ਉਹਨਾਂ ਦੀ ਟ੍ਰੇਨਿੰਗ ਵੀ ਜਿਹੜੀ 6 ਮਹੀਨੇ ਵਧਾ ਦਿੱਤੀ ਗਈ ਹੈ। ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਕੀ ਤੁਸੀਂ ਹੁਣ ਇਹ ਗੱਲ ਕਲੀਅਰ ਕਰਿਓ ਵੀ ਜੋ ਹੁਣ 710 ਬੱਚਾ ਜਾ ਰਿਹਾ ਕਿ ਉਹਨਾਂ ਨੂੰ 5000 ਰੁਪਈਆ ਹੀ ਦਿੱਤਾ ਜਾਵੇਗਾ ਜਾਂ ਉਹਨਾਂ ਨੂੰ 19,000 ਰੁਪਈਏ ਜੋ ਸੈਂਟਰ ਦਾ ਸਕੇਲ ਹੈ ਬੇਸਿਕ ਉਹ ਦਿੱਤੀ ਜਾਵੇਗੀ। ਇਹ ਗੱਲ ਜ਼ਰੂਰ ਕਲੀਅਰ ਕਰ ਦੇਣੀ ਚਾਹੀਦੀ ਹੈ ਕਿਉਂਕਿ 5000 ਰੁਪਏ ਦੇ ਵਿੱਚ ਬੱਚਿਆਂ ਦਾ ਗੁਜ਼ਾਰਾ ਜਿਹੜਾ ਉਹ ਨਹੀਂ ਹੋ ਸਕਦਾ। ਸੋ ਇਸ ਕਰਕੇ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਹੋਰ ਬੇਨਤੀ ਕਰੂੰਗਾ ਵੀ ਤੁਸੀਂ ਪਟਵਾਰੀਆਂ ਨਾਲ ਸਿੱਧਾ ਪੰਗਾ ਲੈਣਾ ਠੀਕ ਨਹੀਂ। ਤੁਹਾਨੂੰ ਇਹ ਮਤਲਬ ਚੰਗਾ ਨਹੀਂ ਲੱਗਦਾ ਕਿਉਂਕਿ ਵਿੱਚ ਹੋਰ ਬੜੇ ਲੈਵਲ ਹੈਗੇ ਆ। FCR ਸਾਹਿਬ ਬੈਠੇ ਨੇ, DLR ਸਾਹਿਬ ਹੈ, ਮੰਤਰੀ ਸਾਹਿਬ ਨੇ, ਇੰਨੇ ਸਾਡੇ ਕੋਲ 23 ਕਲੈਕਟਰ ਨੇ।
ਉਹ ਗੱਲ ਕਰਦੇ ਤਾਂ ਚੰਗਾ ਲੱਗਦਾ। ਕਈ ਵਾਰ ਤੁਹਾਡੇ ਤੋਂ ਜਿਹੜੇ ਅਫਸਰਸ਼ਾਹੀ ਹੈ, ਜੋ ਪਤਾ ਨਹੀਂ ਕੌਣ ਹੈ, ਜਾਣੇ ਅਣਜਾਣੇ, ਜੇ ਤੁਹਾਡੇ ਕੋਲੋਂ ਇਹ ਜਿਹੜੀਆਂ ਸਟੇਟਮੈਂਟਾਂ ਗਲਤ ਦਬਾਈਆਂ ਜਾ ਰਹੀਆਂ ਨੇ। ਜਿਹੜਾ ਕਿ ਪਿੱਛੇ ਜੇ ਸੀਐਮ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਪਟਵਾਰ ਸਰਕਲ ਕੁੱਲ 3660 ਨੇ, ਵੀ ਜਿਹੜੇ ਅਸੀਂ 3660 ਕੰਪਲੀਟ ਕਰਨ ਜਾ ਰਹੇ ਹਾਂ, ਉਹਨਾਂ ਦਾ ਮਕਸਦ ਸੀ ਵੀ 14-1500 ਪਟਵਾਰੀ ਜਿਹੜਾ ਇਸ ਟਾਈਮ ਕਰ ਰਿਹਾ ਨੌਕਰੀ, ਵੀ 741 ਜਿਹੜਾ ਟ੍ਰੇਨਿੰਗ ਕਰ ਚੁੱਕਿਆ ਉਹ, ਤੇ 710 ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਨੇ, ਤੇ 586 ਉਹ ਨਵੀਆਂ ਪੋਸਟਾਂ ਕੱਢ ਰਹੇ ਨੇ। ਇਹ ਕੁੱਲ ਮਿਲਾ ਕੇ 3660 ਬਣਦੀਆਂ ਨੇ। ਸੀਐਮ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਦੋਂ 1 ਨਵੰਬਰ 1966 ਨੂੰ ਆਪਣੇ ਪੰਜਾਬ ਦੀ ਵੰਡ ਹੁੰਦੀ ਹੈ ਤਾਂ ਉਸ ਟਾਈਮ ਉਸ ਮਹਾਂ ਪੰਜਾਬ ਦੇ 20 ਜ਼ਿਲ੍ਹੇ ਸਨ, ਜਿਨ੍ਹਾਂ ਵਿੱਚੋਂ 10 ਜ਼ਿਲ੍ਹੇ ਸਾਨੂੰ ਮਿਲੇ ਤੇ 6 ਜ਼ਿਲ੍ਹੇ ਹਰਿਆਣੇ ਨੂੰ ਮਿਲੇ ਤੇ 4 ਜ਼ਿਲ੍ਹੇ ਮਿਲੇ ਹਿਮਾਚਲ ਨੂੰ। ਹਿਮਾਚਲ ਨੂੰ 4 ਜ਼ਿਲ੍ਹੇ ਮਿਲੇ ਤੇ ਉਹਨਾਂ ਨੂੰ 354 ਪਟਵਾਰੀ ਮਿਲੇ। ਅੱਜ ਹਿਮਾਚਲ ਦੇ 354 ਤੋਂ ਵੱਧ ਕੇ 2395 ਪਟਵਾਰੀ ਹੋ ਚੁੱਕੇ ਨੇ ਔਰ ਉਹਨਾਂ ਦੇ ਜ਼ਿਲ੍ਹੇ 12 ਹੋ ਚੁੱਕੇ ਨੇ। ਇਸੇ ਤਰ੍ਹਾਂ ਹਰਿਆਣੇ ਦੇ ਉਹਨਾਂ ਨੂੰ 1892 ਪਟਵਾਰੀ ਮਿਲੇ 1 ਨਵੰਬਰ 1966 ਨੂੰ, ਤੇ ਉਹਨਾਂ ਦੇ ਵੱਧ ਕੇ ਅੱਜ ਪਟਵਾਰੀ ਜਿਹੜੇ ਆ ਉਹ 2600 ਹੋ ਚੁੱਕੇ ਨੇ, ਤੇ 800 ਉਹਨਾਂ ਦੀ ਹੋਰ ਸਰਕਲ ਜਿਹੜੀ ਹੈ ਵਧਾਉਣ ਦੀ ਪ੍ਰਪੋਜ਼ਲ ਚੱਲ ਰਹੀ ਹੈ। ਆਪਣੇ ਇਸ ਪੰਜਾਬ ਦੇ ਜਿਹੜੇ 10 ਜ਼ਿਲ੍ਹੇ ਸੀ, ਇਹਨਾਂ ਦੇ ਸਰਦਾਰ ਗਿਆਨੀ ਜੈਲ ਸਿੰਘ ਜੀ ਨੇ 2 ਜ਼ਿਲ੍ਹੇ ਨਵੇਂ ਹੋਰ ਕ੍ਰੀਏਟ ਕੀਤੇ, ਫਰੀਦਕੋਟ ਤੇ ਰੋਪੜ, ਵੱਧ ਕੇ ਸਾਡੇ 12 ਹੋ ਗਏ। 1978 ਦੇ ਵਿੱਚ ਜਦੋਂ ਪੰਜਾਬ ਦੇ ਕਿਸਾਨਾਂ ਨੇ ਆਮ ਟਰੈਕਟਰ ਖਰੀਦੇ ਤਾਂ ਜ਼ਮੀਨ ਬੰਜੜ ਪੁੱਟ ਕੇ ਤੇ ਬਰਾਨੀ ਜ਼ਮੀਨ ਨੂੰ ਪੁੱਟ ਕੇ ਚਾਹੀ ਬਣਾਇਆ ਗਿਆ। ਲੈਂਡ ਕੋਡ ਮੈਨੂਅਲ ਦੇ ਪੈਰਾ 3-4 ਦੇ ਮੁਤਾਬਕ, ਕਿਉਂਕਿ ਜਿਹੜਾ ਪਟਵਾਰ ਸਰਕਲ ਹੈ ਉਹਨੂੰ ਬਣਾਉਣ ਦੇ 4 ਕ੍ਰਾਈਟੇਰੀਆ ਨੇ, ਜਿਵੇਂ ਕਿ 4400 ਨੰਬਰ ਖਸਰੇ ਤੋਂ ਅਗਰ ਟੁੱਟ ਕੇ ਨੰਬਰ ਖਸਰੇ ਵੱਧ ਜਾਣ ਤਾਂ ਉਹਦੇ 2 ਸਰਕਲ ਬਣਨਗੇ। ਇਸੇ ਤਰ੍ਹਾਂ 1200 ਖਤੌਨੀਆਂ ਤੋਂ ਅਗਰ ਉੱਪਰ ਖਤੌਨੀਆਂ ਵੱਧ ਜਾਣ ਤਾਂ ਵੀ 2 ਸਰਕਲ ਬਣਨਗੇ। ਜਿਵੇਂ ਕਿ ਚਾਹੀ ਦਾ 3000 ਏਕੜ ਦਾ ਸਰਕਲ ਹੁੰਦਾ ਹੈ ਤੇ ਬਰਾਨੀ ਦਾ ਹੁੰਦਾ 8000 ਦਾ। ਅੱਜ ਪੰਜਾਬ ਦੇ ਅੰਦਰ ਕਿਤੇ ਵੀ ਬਰਾਨੀ ਜ਼ਮੀਨ ਨਹੀਂ ਹੈ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਦਾਰ ਬੇਅੰਤ ਸਿੰਘ ਜਦੋਂ ਮਾਲ ਮੰਤਰੀ ਪੰਜਾਬ ਬਣਦੇ ਨੇ ਦਰਬਾਰਾ ਸਿੰਘ ਸਰਕਾਰ ਦੇ ਵਿੱਚ, ਤਾਂ ਉਹ 1980 ਦੇ ਵਿੱਚ ਇਹ 3660 ਸਰਕਲਾਂ ਦੀ ਬਜਾਏ ਵਧਾ ਕੇ ਉਹ 4716 ਕਰ ਦਿੰਦੇ ਨੇ। ਔਰ ਉਸ ਟਾਈਮ 3760 ਪਟਵਾਰੀ ਸਰਦਾਰ ਬੇਅੰਤ ਸਿੰਘ ਦੇ ਸਮੇਂ 1980 'ਚ ਪੂਰੇ ਸੀਗੇ, ਪਰ ਉਹਨਾਂ ਨੇ 1100 ਨਵੇਂ ਪਟਵਾਰੀ ਭਰਤੀ ਕਰਕੇ 4716 ਪਟਵਾਰੀ ਪੂਰੇ ਕੀਤੇ, ਜੋ ਕਿ 4716 ਹੀ ਪੋਸਟਾਂ ਅੱਜ ਤੱਕ ਚੱਲੀਆਂ ਆ ਰਹੀਆਂ ਨੇ। ਇਹ ਤੁਸੀਂ ਪਿਛੋਕੜ ਦੱਸਿਆ, ਪਰ ਹੁਣ ਗੱਲ ਕਰੀਏ ਹੁਣ ਦੀ। ਜੋ ਮਾਨ ਸਾਹਿਬ ਅੰਕੜਾ ਪੇਸ਼ ਕਰਦੇ ਨੇ ਕਿ ਅਸੀਂ ਇੰਨੇ ਨੌਜਵਾਨ ਪਟਵਾਰੀ ਰੱਖਾਂਗੇ, ਉਹ ਅੰਕੜਾ ਬਿਲਕੁਲ ਸਹੀ ਹੈ ਕਿ ਉਹਨੇ ਪਟਵਾਰੀ ਪੰਜਾਬ ਨੂੰ ਚਾਹੀਦੇ ਨੇ, ਉਹਨਾਂ ਸਪੇਸ ਖਾਲੀ ਹੈ? ਨਹੀਂ ਜੀ, ਜਿੰਨਾ ਉਹਨਾਂ ਨੇ ਅੰਕੜਾ ਦਿੱਤਾ ਉਹ ਗਲਤ ਪੇਸ਼ ਕੀਤਾ ਮੁੱਖ ਮੰਤਰੀ ਸਾਹਿਬ ਨੇ, ਕਿਉਂਕਿ ਅੱਜ ਵੀ ਜਿਹੜੀਆਂ ਸੈਂਕਸ਼ਨ ਪੋਸਟਾਂ ਨੇ ਉਹ 4716 ਨੇ, ਪਰ ਜਿਹੜੀ ਉਹ ਸਟੇਟਮੈਂਟ ਦੇ ਰਹੇ ਨੇ ਉਹ 3660 ਦੀ ਦੇ ਰਹੇ ਨੇ, ਉਹ ਦੇ ਰਹੇ ਨੇ 1966 ਵਾਲੀ। ਕਿਉਂਕਿ ਅੱਜ ਜੋ ਮੈਂ ਕ੍ਰਾਈਟੇਰੀਆ ਦੱਸਿਆ, ਇਸ ਕ੍ਰਾਈਟੇਰੀਆ ਮੁਤਾਬਕ ਸਾਡੀ ਪੋਸਟ 10000 ਨੂੰ ਕ੍ਰਾਸ ਕਰੂਗੀ, ਕਿਉਂਕਿ ਅੱਜ ਲੁਧਿਆਣੇ ਦਾ ਗਿੱਲ ਸਰਕਲ ਹੈ, ਹੋਰ ਕਈ ਸਰਕਲ ਨੇ, ਉੱਥੇ 1200 ਖਤੌਨੀਆਂ ਤੋਂ ਵੱਧ ਕੇ 30-30000 ਖਤੌਨੀ ਹੋ ਚੁੱਕੀ ਹੈ। 28-28000 25-25000 ਨੰਬਰ ਖਸਰੇ ਕਈ ਸਰਕਲਾਂ ਦੇ 10-10 ਹੋ ਗਏ ਨੇ। ਤਾਂ ਉਹ ਤੋੜ ਕੇ ਸਰਕਲ ਬਣਾਉਣੇ ਬਣਦੇ ਨੇ। ਜੇ ਉਹ ਕ੍ਰਾਈਟੇਰੀਆ ਦੇ ਮੁਤਾਬਕ ਅਸੀਂ ਸਰਕਲ ਤੋੜੀਏ ਤਾਂ ਸਾਡੇ ਸਰਕਲ 10000 ਨੂੰ ਕ੍ਰਾਸ ਕਰਨਗੇ। ਅੱਜ ਸਾਡੇ ਜ਼ਿਲ੍ਹੇ ਵੀ 12 ਤੋਂ 23 ਬਣ ਗਏ, ਤਹਿਸੀਲਾਂ ਜਿਹੜੀਆਂ 63 ਤੋਂ 97 ਬਣ ਗਈਆਂ। ਜਦੋਂ ਇਹ ਚੀਜ਼ਾਂ ਵਧੀਆਂ ਨੇ ਤਾਂ ਮਤਲਬ ਸਾਡੇ ਪਟਵਾਰ ਸਰਕਲ ਵੀ ਜਿਹੜੇ ਵਧਣੇ ਸੀ। ਮੈਂ ਸੀਐਮ ਸਾਹਿਬ ਨੂੰ ਇੱਥੇ ਬੇਨਤੀ ਕਰੂੰਗਾ, ਜੇ ਆਪਾਂ ਨੇ 4716 ਤੋਂ ਪਟਵਾਰ ਸਰਕਲ ਘਟਾ ਕੇ 3660 ਕਰਨੇ ਨੇ ਤਾਂ ਸਾਨੂੰ ਜਿਹੜੇ ਅਸੀਂ ਨਵੇਂ ਜ਼ਿਲ੍ਹੇ ਬਣਾਏ ਨੇ ਉਹ ਵੀ ਜ਼ਿਲ੍ਹੇ ਤੋੜ ਕੇ 12 ਹੀ ਬਣਾ ਲੈਣੇ ਚਾਹੀਦੇ ਨੇ। ਆਪਣੇ ਤੇ ਬਹੁਤ ਵਜਨ ਘਟ ਜੂਗਾ, ਕਿਉਂਕਿ ਅੱਜ ਫਾਰ ਐਗਜ਼ਾਮਪਲ ਆਪਾਂ ਮਲੇਰਕੋਟਲਾ ਜ਼ਿਲ੍ਹਾ ਬਣਾਇਆ, ਉੱਥੇ ਪਟਵਾਰੀ ਤਾਂ ਇਸ ਟਾਈਮ 18 ਨੇ ਤੇ ਅਫਸਰ ਉਹਨਾਂ ਦੇ ਉੱਪਰ 36 ਲਾਤੇ। 36 ਅਫਸਰਾਂ ਦੀ ਰੈਜ਼ੀਡੈਂਸ ਬਣਾਉਣੀ ਹੈ, 36 ਅਫਸਰਾਂ ਦੇ ਆਪਾਂ ਨੇ ਦਫ਼ਤਰ ਬਣਾਉਣੇ ਨੇ। ਇਹ ਸਾਡਾ ਪੰਜਾਬ ਦੇ ਉੱਤੇ ਬਹੁਤ ਖਰਚਾ ਜਿਹੜਾ ਵੱਧਦਾ ਜਾ ਰਿਹਾ ਹੈ। ਜੇ ਆਪਾਂ ਨੇ ਪਟਵਾਰ ਸਰਕਲ ਘਟਾਉਣੇ ਨੇ ਤਾਂ ਸਾਨੂੰ ਜ਼ਿਲ੍ਹੇ ਵੀ ਘਟਾਉਣੇ ਪੈਣਗੇ, ਸਾਨੂੰ ਤਹਿਸੀਲਾਂ ਵੀ ਘਟਾਉਣੀਆਂ ਪੈਣਗੀਆਂ। ਨਹੀਂ ਇਹ ਆਪਾਂ ਘਟਾਉਣੇ ਜੇ ਆਪਾਂ ਸਮਝਦੇ ਵੀ ਕੰਮ ਦੀ ਤਾਦਾਦ ਨੂੰ ਦੇਖ ਕੇ ਇਹ ਚੀਜ਼ਾਂ ਅਸੀਂ ਬਣਾਈਆਂ ਨੇ, ਜ਼ਿਲ੍ਹੇ ਬਣਾਏ, ਤਹਿਸੀਲ ਬਣਾਏ ਨੇ, ਤਾਂ ਪਟਵਾਰ ਸਰਕਲ ਵੀ ਸ਼੍ਰੀਮਾਨ ਜੀ 10000 ਨੂੰ ਕ੍ਰਾਸ ਕਰਨਗੇ ਤਾਂ 10000 ਤੋਂ ਵੱਧ ਸਰਕਲ ਜੇ ਸਾਡੇ ਬਣਾਉਣੇ ਚਾਹੀਦੇ ਨੇ। ਮਾਨ ਸਾਹਿਬ ਨੇ ਕਿਹਾ ਕਿ ਸਾਡੇ ਕੋਲ 710 ਅਸੀਂ ਨੌਜਵਾਨ ਲੈ ਕੇ ਆਵਾਂਗੇ। ਕਿ ਟ੍ਰੇਨਿੰਗ ਹੁੰਦੀ ਹੈ, ਪਿੱਛੇ ਕਿੰਨੀ ਟ੍ਰੇਨਿੰਗ ਹੁੰਦੀ ਹੈ ਨੌਜਵਾਨਾਂ ਦੀ ਕਿ ਉਹ ਜਾ ਕੇ ਪਟਵਾਰੀ ਬਣਨ ਦੇ ਲਾਇਕ ਹੁੰਦਾ ਹੈ? ਕਿ ਬੈਕਅਪ ਦੇ ਵਿੱਚ ਉਹ ਨੌਜਵਾਨ ਹੁੰਦੇ ਨੇ? ਤੁਹਾਡੇ ਮਹਿਕਮੇ 'ਚ ਕਿਸੇ ਨੇ ਰਿਟਾਇਰ ਹੋਣਾ ਹੁੰਦਾ ਹੈ, ਪਿੱਛੇ ਇੱਕ ਪਟਵਾਰੀ ਚਾਹੀਦਾ, ਉਹਦਾ ਬੈਕਅਪ ਹੁੰਦਾ, ਤੇ ਕਿੰਨੇ ਸਮੇਂ ਤੋਂ ਬਾਅਦ ਟ੍ਰੇਨਿੰਗ ਲੈਣ ਤੋਂ ਬਾਅਦ ਪਟਵਾਰੀ ਬਣਿਆ ਜਾ ਸਕਦਾ?
ਨਹੀਂ ਜੀ, ਅਜੇ ਤਾਂ ਜਿਹੜਾ 710 ਨੇ ਉਹਨਾਂ ਨੇ ਹਾਲੇ ਕੋਈ ਟ੍ਰੇਨਿੰਗ ਕੀਤੀ ਹੋਈ ਨਹੀਂ, ਉਹਨਾਂ ਨੂੰ ਹਾਲੇ ਟ੍ਰੇਨਿੰਗ ਵਾਸਤੇ ਹੀ ਅਪਾਇੰਟਮੈਂਟ ਲੈਟਰ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ। ਜਿਹੜਾ ਤੁਸੀਂ ਸਵਾਲ ਕੀਤਾ ਵੀ ਜਿਹੜੇ ਕੋਈ ਬੰਦੇ ਰਿਟਾਇਰਡ ਹੁੰਦੇ, ਬੈਕਅਪ ਤਾਂ ਸਾਡੇ ਕੋਲ ਹੈ ਹੀ ਨਹੀਂ। ਆ ਸਾਡੀ 4716 ਪੋਸਟ ਦੇ ਉੱਤੇ ਕੁੱਲ 1500 ਬੰਦਾ ਪੰਜਾਬ 'ਚ ਕੰਮ ਕਰ ਰਿਹਾ ਹੈ। ਸਿਰਫ ਇੱਕ 1980 ਦੇ ਵਿੱਚ ਸਰਦਾਰ ਬੇਅੰਤ ਸਿੰਘ ਦੇ ਸਮੇਂ ਜਿਹੜੇ ਉਦੋਂ ਮੱਲ ਮੰਤਰੀ ਸੀ, ਉਦੋਂ ਹੀ ਪਟਵਾਰੀ ਪੂਰੇ ਰਹੇ ਨੇ। ਸਾਡਾ ਸਰਕਾਰ ਨੇ ਬਕਾਇਦਾ ਸਕੂਲ ਬਣਾਇਆ ਹੋਇਆ, ਟ੍ਰੇਨਿੰਗ ਸਕੂਲ ਹੈ। DLR ਸਾਡੇ ਹੈੱਡਕੁਆਟਰ ਹੈ, DLR ਸਾਹਿਬ ਸਾਡੇ ਹੈੱਡ ਆਫ ਦੀ ਡਿਪਾਰਟਮੈਂਟ ਨੇ। ਉੱਥੇ ਬਕਾਇਦਾ ਇੱਕ DRO ਪ੍ਰਿੰਸੀਪਲ ਹੈ ਤੇ ਨਾਇਬ ਤਹਿਸੀਲਦਾਰ ਵਾਈਸ ਪ੍ਰਿੰਸੀਪਲ ਹੈ, 4 ਉੱਥੇ ਟੀਚਰ ਨੇ। ਉੱਥੇ ਆਏ ਸਾਲ 100 ਬੰਦੇ ਦਾ ਬੈਚ ਜਿਹੜਾ ਉਹ ਨਿਕਲਣਾ ਚਾਹੀਦਾ ਹੈ। 100 ਬੰਦੇ ਦੀ ਉੱਥੇ ਰੈਜ਼ੀਡੈਂਸ ਬਣੀ ਹੋਈ ਹੈ, ਪਰ ਉੱਥੇ ਸਿਰਫ ਡੈਥ ਕੇਸ ਵਾਲਾ ਤੋਂ ਬਿਨਾਂ 1990-91 ਤੋਂ ਬਾਅਦ ਜਿਹੜੀ ਆ ਕਿਸੇ ਨੇ ਭਰਤੀ ਨਹੀਂ ਕੀਤੀ। ਮੁੜ ਕੇ 2016 'ਚ ਭਰਤੀ ਹੋਈ ਹੈ ਤੇ 2022 'ਚ ਭਰਤੀ 21 'ਚ ਭਰਤੀ ਹੋਈ ਹੈ ਤੇ ਜਾਂ ਹੁਣ ਭਰਤੀ ਹੋਣ ਜਾ ਰਹੀ ਹੈ। ਤੇ ਇਹ ਕਿੰਨੀ ਟ੍ਰੇਨਿੰਗ ਹੁੰਦੀ ਹੈ ਜੋ ਮਾਨ ਸਾਹਿਬ ਦੇਣ ਜਾ ਰਹੇ ਨੇ ਸਰਟੀਫਿਕੇਟ, ਕਿੰਨੇ ਸਮੇਂ ਦੀ ਟ੍ਰੇਨਿੰਗ ਹੋਏਗੀ? ਪਹਿਲਾਂ ਤਾਂ ਜੀ 1.5 ਸਾਲ ਦੀ ਟ੍ਰੇਨਿੰਗ ਸੀ 1966 ਦੇ ਰੂਲਾਂ ਦੇ ਮੁਤਾਬਕ, ਤੇ ਉਹਦੇ ਵਿੱਚ ਸਾਲ ਦੀ ਜਿਹੜੀ ਆ ਸਕੂਲ ਦੇ ਵਿੱਚ ਟ੍ਰੇਨਿੰਗ ਹੁੰਦੀ ਹੈ, 6 ਮਹੀਨੇ ਫੀਲਡ ਦੀ ਹੁੰਦੀ ਹੈ। ਪਰ 6 ਜੁਲਾਈ 2022 ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਟ੍ਰੇਨਿੰਗ ਘਟਾਤੀ ਸੀ। ਉਹਨਾਂ ਨੇ ਜਿਹੜੀ ਸਾਲ ਸਕੂਲ ਦੀ ਸੀ ਉਹਨੂੰ 9 ਮਹੀਨੇ ਕਰ ਦਿੱਤਾ ਸੀ, ਜਿਹੜੀ 6 ਮਹੀਨੇ ਫੀਲਡ ਦੀ ਸੀ ਉਹਨੂੰ 3 ਮਹੀਨੇ ਕਰ ਦਿੱਤਾ ਸੀ। ਤੇ ਮਾਨ ਸਾਹਿਬ ਨੇ 6 ਜੁਲਾਈ 2022 ਨੂੰ ਇਹ ਅਨਾਉਂਸ ਕੀਤਾ ਸੀ ਅੱਜ ਤੋਂ ਬਾਅਦ ਪਟਵਾਰੀਆਂ ਦੀ ਟ੍ਰੇਨਿੰਗ 1 ਸਾਲ ਹੋਵੇਗੀ ਔਰ ਪਟਵਾਰੀਆਂ ਨੂੰ ਪੂਰੀ ਤਨਖਾਹ ਮਿਲੇਗੀ। ਜੋ ਕਿ ਸਟਾਫ ਨੂੰ ਮਿਲਦਾ ਸੀ ਉਹ ਇਹਨਾਂ ਨੇ ਬੰਦ ਕਰਨ ਦਾ ਐਲਾਨ ਕਰਤਾ ਸੀ। ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਵੀ ਤੁਸੀਂ ਜਿਹੜਾ 710 ਬੱਚੇ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹੋ, ਤੇ ਤੁਸੀਂ ਆਪਣਾ ਉਹਨਾਂ ਨੂੰ ਜਦੋਂ ਨਿਯੁਕਤੀ ਪੱਤਰ ਦੇਣੇ ਨੇ ਨਾਲ ਉਹਨਾਂ ਦਾ ਇਹ ਵੀ ਦੱਸ ਦਿਓ ਵੀ ਉਹਨਾਂ ਨੂੰ ਤਨਖਾਹ ਪੂਰੀ ਮਿਲੇਗੀ ਜਾਂ 5000 ਮਿਲੇਗੀ, ਕਿਉਂਕਿ 5000 ਨਾਲ ਬੱਚੇ ਗੁਜ਼ਾਰਾ ਨਹੀਂ, ਕਿਉਂਕਿ ਸਾਰੇ ਕੋਈ ਅਮੀਰ ਘਰਾਂ ਦੇ ਬੱਚੇ ਨਹੀਂ ਹੈਗੇ। ਬਟ ਮਤਲਬ ਇੰਨੇ 4 ਲੱਖ ਬੱਚੇ 'ਚੋਂ ਬੰਦੇ ਕੰਪੀਟ ਕਰਕੇ ਆਏ ਨੇ, ਬਹੁਤ ਗਰੀਬ ਘਰਾਂ ਦੇ ਬੱਚੇ ਨੇ ਜਿਹੜੇ ਕਿ ਉਹਨਾਂ ਦਾ ਹੋਰ ਕੋਈ ਗੁਜ਼ਾਰਾ ਨਹੀਂ। ਕਈ ਐਸੇ ਬੱਚੇ ਵੀ ਹੁੰਦੇ ਜਿਨ੍ਹਾਂ ਦੀ ਇਕੱਲੀ ਮਾਂ ਸਿਰ 'ਤੇ ਹੈ। ਫਾਰ ਐਗਜ਼ਾਮਪਲ ਜਿਹੜਾ ਪਿਛਲਾ ਸਾਡਾ ਬੈਚ ਚੱਲ ਰਿਹਾ 1090 ਵਾਲਾ, ਉਹਦੇ ਵਿੱਚ ਨਮੋਲ ਪਿੰਡ ਦੀ ਇੱਕ ਲੜਕੀ ਜੋ BC ਕੈਟਾਗਰੀ ਨੂੰ ਬਿਲੋਂਗ ਕਰਦੀ ਸੀ, ਉਹ ਬੱਚੀ ਦੀ ਮਾਤਾ ਜਿਹੜੀ ਉਹਦਾ ਖਰਚਾ ਅਫੋਰਡ ਨਹੀਂ ਕਰ ਸਕੀ, ਉਹ ਬੱਚੀ ਡਿਪਰੈਸ਼ਨ ਦੇ ਨਾਲ ਉਹਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ CM ਸਾਹਿਬ ਨੂੰ ਬੇਨਤੀ ਕਰੂੰਗਾ ਇਹਨਾਂ ਨੂੰ ਪੂਰੀ ਤਨਖਾਹ ਦਿਓ ਔਰ ਇਹਨਾਂ ਦਾ ਟ੍ਰੇਨਿੰਗ ਸਮਾਂ ਘਟਾਓ ਤਾਂ ਕਿ ਜਿਹੜੇ ਹਲਕੇ ਨੇ ਆਪਾਂ 'ਚੋਂ ਲੋਕਾਂ ਨੂੰ ਕੋਈ ਮੁਸੀਬਤ ਨਾ ਆਵੇ। ਪਲੱਸ ਜਿੰਨੇ ਸਰਕਲ ਖਾਲੀ ਨੇ 4716 ਨੂੰ ਹੀ ਮੁੱਖ ਰੱਖ ਕੇ ਜਿਹੜੀ ਭਰਤੀ ਉਹ ਕੀਤੀ ਜਾਵੇ। ਕਿਵੇਂ ਭਰਤੀ ਹੋਏਗੀ? ਤੁਸੀਂ ਕਹਿੰਦੇ ਬੈਕਅਪ 'ਚ ਕੁਝ ਹੈ ਨਹੀਂ, 710 ਜੋ ਆਣਗੇ ਉਹ ਸਾਲ ਬਾਅਦ ਜਾ ਕੇ ਜੁਆਇਨ ਕਰਨਗੇ, ਤਦ ਤੱਕ ਪੰਜਾਬ ਦੇ ਲੋਕ ਕੀ ਕਰਨ? ਹੜਤਾਲ ਚੱਲਦੀ ਪਈ ਹੈ, ਪਟਵਾਰੀ ਹੈ ਨਹੀਂ, ਹੁਣ ਲੋਕਾਂ ਦੇ ਨਾਲ ਇਹ ਕਿਉਂ ਬੇਇਨਸਾਫੀ ਹੋ ਰਹੀ ਹੈ? ਉਹਦਾ ਕਾਰਨ ਇਹੀ ਹੈ ਜੀ, ਲੋਕਾਂ ਨਾਲ ਸਾਡੇ ਵੱਲੋਂ ਕੋਈ ਬੇਇਨਸਾਫੀ ਨਹੀਂ। ਉਹ ਸਾਰੀਆਂ ਸਰਕਾਰਾਂ ਦੀ ਮੈਂ ਗਲਤੀ ਮੰਨਦਾ, ਇਕੱਲੇ ਇਸ ਸਰਕਾਰ ਦੀ ਕੋਈ ਗਲਤੀ ਨਹੀਂ। ਪਿਛਲੀਆਂ ਸਰਕਾਰਾਂ ਨੇ ਨਾ ਤਾਂ ਭਰਤੀ ਵੱਲ ਧਿਆਨ ਦਿੱਤਾ, ਨਾ ਹੀ ਸਰਕਲਬੰਦੀ ਵੱਲ ਧਿਆਨ ਦਿੱਤਾ। ਕਿਉਂਕਿ ਮੈਂ ਤੁਹਾਨੂੰ ਦੱਸ ਦਿੱਤਾ ਵੀ ਲੁਧਿਆਣੇ ਦੇ ਪਟਵਾਰ ਸਰਕਲ ਜਿਹੜੇ ਆ ਉਹ ਇੱਕ ਪਟਵਾਰੀ ਇੱਕ ਸਰਕਲ ਦਾ ਕੰਮ ਨਹੀਂ ਕਰ ਸਕਦਾ। ਉਹਨਾਂ ਦਾ ਜਿੰਨਾ ਚਿਰ ਜੋੜ ਕੇ ਅਸੀਂ 10 ਜਾਂ 12 ਸਰਕਲ ਉਹਨਾਂ ਦੇ ਨਹੀਂ ਬਣਾਉਂਦੇ, ਉਹਨਾਂ ਚਿਰ ਇਕੱਲਾ ਬੰਦਾ ਕੰਮ ਨਹੀਂ ਕਰ ਸਕਦਾ। ਕੰਮ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਗਈ ਹੈ। ਅਸੀਂ CM ਸਾਹਿਬ ਦੇ ਨਾਲ ਇਸ ਗੱਲ ਦੇ ਉੱਤੇ ਖੁਸ਼ ਹਾਂ ਵੀ ਬਿਲਕੁਲ ਕਰਪਸ਼ਨ ਨਹੀਂ ਹੋਣੀ ਚਾਹੀਦੀ। ਇਹ ਸਾੜ ਦੇ ਵਿੱਚ ਸਾਡੇ ਵੀ, ਮੈਂ ਇਹ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਵੀ 5% ਪਟਵਾਰੀ ਜਿਹੜੇ ਨੇ ਉਹ ਵਪਾਰੀ ਬਣ ਚੁੱਕੇ ਨੇ, ਦੁਕਾਨਾਂ ਬਣਾ ਚੁੱਕੀਆਂ ਨੇ, ਮੁੰਡੇ ਰੱਖ ਕੇ ਸਿਰਫ ਉਹ ਸਾਈਨ ਕਰਦੇ ਨੇ ਜਾਂ ਅਦਾਲਤਾਂ 'ਚ ਜਾਂਦੇ ਨੇ। ਉਹਨਾਂ ਨੂੰ ਮਤਲਬ ਸਵਾਦ ਪੈ ਗਿਆ, ਜੀਭ ਦਾ ਸਵਾਦ ਪੈ ਗਿਆ। ਇਹ CM ਸਾਹਿਬ ਵੀ ਬੰਦ ਕਰਨਾ ਚਾਹੁੰਦੇ ਨੇ, ਅਸੀਂ ਵੀ ਕਰਨਾ ਚਾਹੁੰਦੇ ਹਾਂ। ਹੁਣ ਪੰਜਾਬ ਦੇ ਪਟਵਾਰੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਕੋਈ ਬੰਦਾ ਨਹੀਂ ਰੱਖਾਂਗੇ ਔਰ ਅਸੀਂ ਇੱਕ ਸਰਕਲ ਦਾ ਕੰਮ ਕਰਾਂਗੇ ਜਿਹਦੀ ਅਸੀਂ ਤਨਖਾਹ ਲੈਂਦੇ ਹਾਂ। ਕਿਉਂਕਿ ਨਾਲੇ ਤਾਂ ਉਹ ਪੱਲਿਓਂ ਪੈਸੇ ਦਿੰਦੇ ਨੇ ਜਾਂ ਲੋਕਾਂ ਤੋਂ ਲੈ ਕੇ ਦੇ ਰੱਖੇ ਹੋਏ ਮੁੰਡਿਆਂ। ਮੈਂ ਅੱਜ ਇੱਥੋਂ ਤੁਹਾਡੇ ਜਰੀਏ ਦੱਸ ਦੇਣਾ ਚਾਹੁੰਦਾ, ਅੱਜ ਤੋਂ ਪੰਜਾਬ ਦੇ ਵਿੱਚ ਪਟਵਾਰ ਸਰਕਲਾਂ 'ਚ ਲਗਭਗ 300 ਬੱਚਾ ਜਿਹੜਾ ਹੈ ਉਹਦਾ ਸ਼ੋਸ਼ਣ ਹੋ ਰਿਹਾ, ਜਿਨ੍ਹਾਂ ਤੋਂ ਕਿ ਪਟਵਾਰੀ 5-5000 10-10 'ਚ ਕੰਮ ਲੈ ਰਹੇ ਨੇ। ਉਹ ਵੀ ਬਹੁਤ ਮਾੜੀ ਗੱਲ ਹੈ ਵੀ ਜਿਹੜੇ ਪ੍ਰਾਈਵੇਟ ਬੱਚੇ ਉਹ ਨਹੀਂ ਹੋਣੇ ਚਾਹੀਦੇ। ਸਾਡੇ ਸਰਕਲ ਵਧਾ ਕੇ ਪੱਕੇ ਪਟਵਾਰੀ ਹੋਣੇ ਚਾਹੀਦੇ ਨੇ। ਉਹ ਇਸ ਕਰਕੇ ਹੁਣ ਪਟਵਾਰੀਆਂ ਨੇ ਤਾਂ ਜਿਹੜਾ ਹੈਗਾ, ਮੈਂ ਵੀ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਕਲੰਕ ਤੁਹਾਡੇ 'ਤੇ ਜਿਹੜਾ ਬੰਦੇ ਰੱਖਣ ਦਾ ਤੇ ਕਰਪਸ਼ਨ ਦਾ ਹੈ, ਇਹ ਤੁਹਾਨੂੰ ਹੁਣ ਲਾ ਦੇਣਾ ਚਾਹੀਦਾ। ਜੇ ਸਾਡਾ CM ਇਮਾਨਦਾਰ ਹੈ ਤਾਂ ਸਾਨੂੰ ਵੀ ਇਮਾਨਦਾਰ ਬਣਨਾ ਪਊਗਾ। 21-22 ਸਾਲ ਦੇ ਦੌਰਾਨ ਬਲਕਾਰ ਸਿੰਘ ਦੀ ਇੱਕ ਪਟਵਾਰੀ ਦੀ ਅਖਬਾਰਾਂ ਵਿੱਚ ਚਰਚਾ ਹੈਗੀ ਹੈ, ਇਸ ਸਮੇਂ ਪ੍ਰੈਸ ਕਾਨਫਰੰਸ ਅੰਦਰ ਹੋ ਰਹੀ ਹੈ। ਹੁਣ ਉਸ ਨੂੰ ਕਿਵੇਂ ਨਕਾਰਿਆ ਜਾ ਸਕਦਾ? ਜਾਂ ਕਦੀ ਪਟਵਾਰ ਯੂਨੀਅਨ ਨੇ ਕਿਸੇ ਪਟਵਾਰੀ ਨੂੰ ਫੜ ਕੇ ਦਿੱਤਾ ਕਿ ਕਰਪਸ਼ਨ ਕਰ ਰਿਹਾ ਸੀ? ਇਹ ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ। ਇਹ 5 ਅਪ੍ਰੈਲ 2022 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ। ਅਸੀਂ ਉਹ 'ਚ ਤਿੰਨੇ ਜਥੇਬੰਦੀਆਂ ਸੀ, ਪਟਵਾਰ ਯੂਨੀਅਨ ਵੀ ਸੀ, ਕਾਨੂੰਗੋ ਐਸੋਸੀਏਸ਼ਨ ਸੀ ਤੇ ਆਪਣੇ ਰੈਵਨਿਊ ਆਫੀਸਰ ਐਸੋਸੀਏਸ਼ਨ ਵੀ ਸੀ। ਮੈਂ ਮੁੱਖ ਮੰਤਰੀ ਸਾਹਿਬ ਨੂੰ ਕਲੀਅਰ ਦੱਸ ਦਿੱਤਾ ਸੀ ਵੀ CM ਸਾਹਿਬ, ਜੇ ਤੁਸੀਂ ਇਹ ਤਾਣੀ ਉਲਝਾਉਣੀ ਚਾਹੁੰਦੇ ਹੋ, ਇਹ ਤੰਦ ਮੈਲ ਪਈ ਹੋਈ ਹੈ, ਇਹ ਬੜੇ ਗੁੰਝਲਦਾਰ ਕੰਮ ਹੈ।
ਵੀ ਇਹ ਪਟਵਾਰੀ ਤੋਂ ਲੈ ਕੇ ਸੀਐਮ ਤੱਕ ਇਹ ਕਰਪਸ਼ਨ ਦਾ ਜੋ ਰਾਹ ਚੱਲ ਰਿਹਾ ਹੈ, ਇਹ ਜੇ ਬੰਦ ਕਰਨਾ ਹੈ, ਇਹ ਪਹਿਲਾਂ ਉੱਪਰੋਂ ਬੰਦ ਕਰਨਾ ਪਊਗਾ, ਥੱਲੇ ਨੂੰ ਹੁੰਦਾ ਆਪੀ ਜਾਈ ਜਾਊਗਾ। ਇਹ ਸੱਚਾਈ ਹੈ ਜੀ। ਤੇ ਕਿਉਂਕਿ ਸਾਡੇ ਬੰਦਿਆਂ ਨੂੰ ਵੀ ਕੁਝ ਸਵਾਦ ਪੈ ਗਿਆ, ਅਫਸਰਾਂ ਨੂੰ ਵੀ ਸਵਾਦ ਪੈ ਗਿਆ, ਸਾਡੇ ਬੰਦੇ ਵੀ ਮੈਂ ਮੰਨਦਾ ਵੀ ਸਿਫਾਰਸ਼ਾਂ ਲਾ ਕੇ ਸ਼ਹਿਰੀ ਸਰਕਲ ਲੈਂਦੇ ਰਹੇ ਨੇ, ਪਰ ਹੁਣ ਸਮਾਂ ਆ ਗਿਆ। ਦੇਖੋ ਇੱਕ ਸਮਾਂ ਜਦੋਂ ਬੰਦਾ ਹੁੰਦਾ ਜਿਹੜਾ ਵਕਤ ਵਿਚਾਰੇ, ਅੱਜ ਸਮਾਂ ਆ ਗਿਆ। ਮੈਂ ਜਿਹੜੇ ਉਹ ਵਪਾਰੀ ਸੀਗੇ ਉਹਨਾਂ ਨੂੰ ਬੇਨਤੀ ਕਰੂੰਗਾ, ਪਤਾ ਵਪਾਰ ਛੱਡ ਦਿਓ, ਹੁਣ ਪਟਵਾਰੀ ਬਣ ਜਾਓ। ਜੇ ਤੁਸੀਂ ਪਟਵਾਰੀ ਬਣ ਜਾਓਗੇ, ਅੱਜ ਵੀ ਤੁਹਾਡਾ ਰੱਬ ਤੋਂ ਬਾਅਦ ਦੂਜੇ ਨੰਬਰ ਤੇ ਤੁਹਾਨੂੰ ਲੋਕ ਪੂਜਣਗੇ। ਔਰ ਹੁਣ ਵਪਾਰ ਚੱਲਣਾ ਵਾ ਨਹੀਂ, ਔਰ ਅਸੀਂ ਪਟਵਾਰ ਯੂਨੀਅਨ ਨੇ ਵੀ ਨਹੀਂ ਚੱਲਣ ਦੇਣਾ ਤੇ ਕਾਨੂੰਗੋ ਐਸੋਸੀਏਸ਼ਨ ਨੇ ਵੀ ਨਹੀਂ ਚੱਲਣ ਦੇਣਾ। ਹੁਣ ਇਹ ਬੰਦੇ ਨਹੀਂ ਅਸੀਂ ਦਫ਼ਤਰਾਂ 'ਚ ਵੜਨ ਦੇਣੇ। ਜੇ ਕੋਈ ਬੰਦਾ ਲੈ ਕੇ ਦਫ਼ਤਰ 'ਚ ਬਹਿੰਦਾ ਹੈ, ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਵੀ ਬਿਲਕੁਲ ਉਸ ਪਟਵਾਰੀ ਦੇ ਖਿਲਾਫ ਤੁਸੀਂ ਜੋ ਮਰਜ਼ੀ ਕਾਰਵਾਈ ਕਰੋ। ਔਰ ਇੱਕ ਤੁਹਾਨੂੰ ਮੈਂ ਹੋਰ ਦੱਸ ਦੇਣਾ ਚਾਹੁੰਦਾ ਵੀ ਸੀਐਮ ਸਾਹਿਬ ਤੁਸੀਂ ਕਿਹਾ ਵੀ ਇਹ ਹਾਜ਼ਰੀ ਲਾ ਕੇ ਜਾਇਆ ਕਰਨਗੇ। ਸ਼੍ਰੀਮਾਨ ਜੀ ਅਸੀਂ ਤੋਂ ਮੈਂ 5 ਵਾਰੀ ਸਮਾਂ ਮੰਗ ਲਿਆ, ਮੈਂ ਤੁਹਾਨੂੰ ਇਹੀ ਗੱਲਾਂ ਦੱਸਣੀਆਂ ਚਾਹੁੰਦਾ ਸੀ ਵੀ ਇਹਦਾ ਪੋਜੀਸ਼ਨ ਕੀ ਹੈ, ਤੁਹਾਨੂੰ ਪੈਸੇ ਦੀ ਲੋੜ ਹੈ। ਮੈਂ ਮਾਨਯੋਗ ਸਾਡੇ ਫਾਈਨਾਂਸ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਨੂੰ 4-5 ਮੈਂ ਮੀਟਿੰਗਾਂ ਕਰ ਲਈਆਂ। ਮੈਂ ਉਹਨਾਂ ਨੂੰ ਬੇਨਤੀ ਕਰ ਚੱਕਿਆ ਵੀ ਤੁਸੀਂ ਸਾਡੇ ਰੈਵਨਿਊ ਡਿਪਾਰਟਮੈਂਟ ਤੇ ਕੁਝ ਖਰਚਾ ਕਰੋ, ਜਿੰਨੇ ਪੈਸੇ ਲੱਗਣਗੇ ਮੈਂ ਸਾਡੇ ਮਹਿਕਮੇ 'ਚੋਂ ਕੱਢ ਕੇ ਤੁਹਾਨੂੰ ਦੇ ਦੂੰਗਾ। ਹੈਗੀਆਂ ਸਾਡੇ ਕੋਲ ਪਾਲਿਸੀਆਂ, ਪਰ ਅਸੀਂ ਉਹਨਾਂ ਚਿਰ ਨਹੀਂ ਦੱਸਣੀਆਂ ਜਿੰਨਾ ਚਿਰ ਇਹ ਲਾਗੂ ਸਾਡੇ ਤੇ ਨਹੀਂ ਕਰਦੇ। ਪਰ ਮੇਰੀ ਕਿਸੇ ਨੇ ਨਹੀਂ ਸੁਣੀ। ਹੁਣ ਕਹਿੰਦੇ ਨੇ ਐਸਮਾ ਲਾਗੂ ਕਰਤਾ ਸੀਐਮ ਸਾਹਿਬ, ਅਜੇ ਤਾਂ ਅਸੀਂ ਕੋਈ ਹੜਤਾਲ ਹੀ ਨਹੀਂ ਕੀਤੀ, ਕੋਈ ਕਿਸੇ ਦਾ ਕੰਮ ਨਹੀਂ ਪ੍ਰਭਾਵਿਤ ਕੀਤਾ ਵੀ ਐਡੀ ਅਨਾਉਂਸਮੈਂਟ ਕੀਤੀ ਸੀ 11 ਤੋਂ 13 ਸਤੰਬਰ ਤੱਕ ਅਸੀਂ ਹੜਤਾਲ ਕਰਾਂਗੇ ਕਲਮ ਛੋੜ। ਨਹੀਂ, ਅਸੀਂ 1 ਤਰੀਕ ਤੋਂ ਕੀਤੀ ਸੀ, ਉਹ ਅਸੀਂ ਕਲਮ ਛੋੜ ਹੜਤਾਲ ਕਿਹਾ ਸੀ ਕਰਾਂਗੇ। ਕਿਹੜੀ ਕਰਾਂਗੇ ਇਹ ਤਾਂ ਨਹੀਂ ਸੀ ਨਾ ਕਿਸੇ ਦੱਸਿਆ, ਉਹ ਕਰਤੀ ਫਿਰ ਅਸੀਂ ਤਾਂ 1 ਤਰੀਕ ਤੋਂ। ਫਿਰ ਐਸਮਾ ਸਾਡੇ ਤੇ ਤਾਂ ਲਾਗੂ ਨਹੀਂ ਹੁੰਦਾ, ਕਿਉਂਕਿ 3000 ਪੋਸਟ ਕਲਮ ਉਹਨਾਂ ਨੇ ਕਿਹਾ ਵੀ ਕਲਮਾਂ ਫੜਾ ਜਿਓ, ਅਸੀਂ ਫੜਾਤੀਆਂ 3000 ਕਲਮਾਂ। ਹੁਣ ਉਹ 3000 ਕਲਮਾਂ ਬੱਚਿਆਂ ਨੂੰ ਦੇਣ, ਅਸੀਂ ਤਾਂ ਸਵਾਗਤ ਕਰਾਂਗੇ ਇਸ ਗੱਲ ਦੇ ਉੱਤੇ। ਕਿਉਂਕਿ ਜਿਹੜਾ ਮਸਲਾ ਹੈਗਾ ਐਸਮਾ ਦਾ, ਇਹ ਨਹੀਂ ਚੰਗਾ ਨਹੀਂ ਲੱਗਦਾ। ਫਿਰ ਜੇ ਐਸਮਾ ਲਾਉਣਾ ਹੈ, ਫਿਰ ਮੈਂ ਸੀਐਮ ਸਾਹਿਬ ਨੂੰ ਇਹ ਵੀ ਬੇਨਤੀ ਕਰੂੰਗਾ ਫਿਰ ਸਰਦਾਰ ਭਗਤ ਸਿੰਘ ਦੀ ਫੋਟੋ ਲਾਉਣ ਦਾ ਆਪਾਂ ਨੂੰ ਹੱਕ ਨਹੀਂ ਪਿੱਛੇ। ਡਾਕਟਰ BR ਅੰਬੇਦਕਰ ਦੀ ਫਿਰ ਫੋਟੋ ਆਪਾਂ ਕਿਹੜੇ ਮੂੰਹ ਨਾਲ ਲਾਵਾਂਗੇ, ਕਿਉਂਕਿ ਉਹ ਉਹਨਾਂ ਦੇ ਸੁਪਨਿਆਂ ਨੂੰ ਆਪਾਂ ਚਕਨਾਚੂਰ ਕਰ ਰਹੇ ਹਾਂ। ਕਿਸੇ ਦਾ ਮਤਲਬ ਜਿਹੜਾ ਹੈਗਾ ਐਜੀਟੇਸ਼ਨ ਕਰਨਾ ਉਹ ਰਾਈਟ ਆ। ਨਹੀਂ, ਤੁਹਾਡਾ ਪ੍ਰੋਟੈਸਟ ਕਰਨਾ ਰਾਈਟ ਹੈ, ਪਰ ਇੱਕ ਕਰਪਸ਼ਨ ਵਿੱਚ ਫਸਿਆ ਪਟਵਾਰੀ ਦੇ ਹੱਕ ਵਿੱਚ ਕੀ ਪ੍ਰੋਟੈਸਟ ਕਰਨਾ ਰਾਈਟ ਹੈ? ਬਿਲਕੁਲ ਨਹੀਂ। ਸਾਡਾ ਮਾਟੋ ਹੈਗਾ ਹੱਕਾਂ ਦੀ ਖਾਤਰ ਤੇ ਨਿਆਂ ਦੇ ਖਿਲਾਫ ਲੜਨਾ। ਅਗਰ ਕੋਈ ਪਟਵਾਰੀ ਰੈੱਡ ਹੈਂਡਡ ਫੜਿਆ ਜਾਊਗਾ, ਅਸੀਂ ਕੋਈ ਮਤ ਨਹੀਂ ਕਰਦੇ। ਜਿਹੜੀ ਅਸੀਂ ਗੱਲ ਉਹ ਮੰਗ ਖੁਦ ਪਟਵਾਰੀ ਪ੍ਰੋਟੈਸਟ ਕਰਦੇ ਨੇ ਕਿ ਪਟਵਾਰੀ ਫੜਿਆ ਜਾਂਦਾ, ਕਿਉਂ ਫੜ ਕੇ ਲੈ ਕੇ ਚੱਲਿਓ, ਇਹਦੇ ਤੇ ਦੋਸ਼ ਸਾਬਿਤ ਕਰੋ। ਤੁਹਾਨੂੰ ਪਤਾ ਹੀ ਹੈ, ਖੁਦ ਇਹ ਚੀਜ਼ਾਂ ਵਾਪਰਦੀਆਂ ਨਹੀਂ ਨਾ, ਅਖਬਾਰਾਂ ਦੀ ਸੁਰਖੀਆਂ ਬਣੀਆਂ ਨੇ। ਬਿਲਕੁਲ ਨਹੀਂ, ਰੈੱਡ ਹੈਂਡਡ ਦੇ ਉੱਤੇ ਅਸੀਂ ਬਿਲਕੁਲ ਕਦੇ ਕੋਈ ਮਤ ਨਹੀਂ ਕਰੀ, ਨਾ ਕਰਾਂਗੇ। ਕੁਝ ਮਸਲੇ ਐਸੇ ਹੈਗੇ ਨੇ ਜਿਹੜੇ ਕਿ ਕਰਪਸ਼ਨ ਐਕਟ ਨੇ ਸਾਨੂੰ ਆਗਿਆ ਮਤਲਬ ਦਿੱਤੀ ਹੋਈ ਹੈ, ਅਧਿਕਾਰ ਦਿੱਤਾ ਹੋਇਆ ਵੀ ਜੇਕਰ ਕਿਸੇ ਪਟਵਾਰੀ ਕਾਨੂੰਗੋ ਤੇ ਕੋਈ ਇਨਕੁਆਇਰੀ ਹੋ ਕੇ ਪਰਚਾ ਹੁੰਦਾ ਹੈ ਕਰਪਸ਼ਨ ਦਾ, ਤਾਂ ਉਹ 17A ਦੇ ਮੁਤਾਬਕ, ਕਰਪਸ਼ਨ ਐਕਟ 17A ਦੇ ਮੁਤਾਬਕ ਉਹਦੀ ਪ੍ਰਵਾਨਗੀ ਲੈਣੀ ਪੈਣੀ ਹੈ। ਤਹਿਸੀਲਦਾਰ ਦੇ ਖਿਲਾਫ ਤੇ ਨਾਇਬ ਤਹਿਸੀਲਦਾਰ ਦੇ ਖਿਲਾਫ FCR ਤੋਂ ਲੈਣੀ ਪੈਣੀ ਹੈ, ਤੇ PCS ਦੇ ਖਿਲਾਫ ਚੀਫ ਸੈਕਟਰੀ ਤੋਂ ਲੈਣੀ ਪੈਣੀ ਹੈ, IAS ਦੇ ਖਿਲਾਫ ਸੈਂਟਰ ਤੋਂ ਲੈਣੀ ਪੈਣੀ ਹੈ, UPSC ਤੋਂ ਲੈਣੀ ਪੈਣੀ ਹੈ। ਕਿਉਂਕਿ ਸਾਡੇ ਇਹ ਨਹੀਂ ਲਈਆਂ ਜਾ ਰਹੀਆਂ। ਇਹ IAS ਦਾ ਵੀ ਰੋਸ ਹੈ, PCS ਦਾ ਵੀ ਰੋਸ ਹੈ, ਤੇ ਤਹਿਸੀਲਦਾਰਾਂ ਤੇ ਪਟਵਾਰੀ ਕਾਨੂੰਗੋ ਦਾ ਵੀ ਹੋਵੇ। ਕਰਪਸ਼ਨ ਐਕਟ ਦੀ ਉਲੰਘਣਾ ਕਿਉਂ ਹੋਵੇ, ਉਹ ਸਾਡਾ ਮਸਲਾ ਇਹ ਹੈ, ਨਾ ਕਿ ਅਸੀਂ ਕਿਸੇ ਨੂੰ ਕਰਪਸ਼ਨ ਤੋਂ ਬਚਾ ਰਹੇ ਹਾਂ। ਬਾਕੀ ਜਿਹੜਾ ਤੁਸੀਂ ਇਹ ਮਸਲਾ ਕਿਹਾ ਬਲਕਾਰ ਸਿੰਘ ਦਾ 55 ਕਿੱਲਿਆਂ ਵਾਲਾ, ਮੈਨੂੰ ਵੀ ਪਤਾ ਲੱਗਿਆ ਜੋ ਉਹਨਾਂ ਦੇ ਪਰਿਵਾਰ ਨੇ ਦੱਸਿਆ ਵੀ ਜੇ ਉਹਨਾਂ ਦੀ ਪਰਿਵਾਰ ਨੇ ਦੱਸਿਆ ਵੀ ਸਾਡੀ 32 ਏਕੜ ਜ਼ਮੀਨ ਆ, ਉਹ 6 ਜਣਿਆਂ ਦੇ ਨਾਂ ਹੈ, ਮਾਤਾ ਤੋਂ ਵਿਰਾਸਤ ਆਈ ਹੋਈ ਹੈ, 3 ਕਿੱਲੇ ਬਲਕਾਰ ਸਿੰਘ ਕੋਲੇ ਨੇ। ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਉਹਨਾਂ ਦੇ ਪਰਿਵਾਰ ਦੀ ਇਨਕਮ ਤੋਂ ਵੱਧ ਜ਼ਮੀਨ ਹੈਗੀ ਹੈ ਤਾਂ ਸਰਕਾਰ ਨੂੰ ਜ਼ਬਤ ਕਰ ਲੈਣੀ ਚਾਹੀਦੀ ਹੈ। ਬਲਕਾਰ ਸਿੰਘ ਦੇ ਪਰਚਾ ਦਿਓ, ਉਹਨੂੰ ਫਾਹੇ ਲਾ ਦਿਓ, ਉਹਦਾ ਫਾਂਸੀ ਲਾ ਦਿਓ, ਅਸੀਂ ਬਿਲਕੁਲ ਨਹੀਂ ਬੋਲਾਂਗੇ। ਪਰ ਉਹਦੇ ਨਾਲ ਜੋ ਪਰਿਵਾਰ ਦੀ ਪ੍ਰਾਪਰਟੀ ਹੈਗੀ ਹੈ, ਜੇ ਪਰਿਵਾਰ ਦੀ ਪ੍ਰਾਪਰਟੀ ਨੂੰ ਬਲਕਾਰ ਸਿੰਘ ਦੇ ਦਿਖਾ ਕੇ ਆਪਾਂ ਝੂਠਾ ਫਸਾਉਣਾ, ਉਹ ਮਾੜੀ ਗੱਲ ਹੈ। ਜੇ ਉਹਦੇ ਕੋਲ 55 ਕਿੱਲੇ ਹੈਗੇ ਨੇ ਤਾਂ ਸਰਕਾਰ ਨੂੰ ਤੁਰੰਤ ਜ਼ਬਤ ਕਰ ਲੈਣੇ ਚਾਹੀਦੇ ਨੇ। ਉਹਨਾਂ ਦੀ ਪਰਿਵਾਰ ਦੀ ਮਾਤਾ ਵਾਲੀ ਦੀ ਜਿਹੜੀ ਵਿਰਾਸਤ ਦੀ ਪ੍ਰਾਪਰਟੀ ਹੈ, ਮਾਤਾ ਵਾਲੀ ਨੂੰ ਛੱਡ ਕੇ ਕਰ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਕਿ ਭਗਵੰਤ ਮਾਨ ਸਾਹਿਬ ਤੇ ਪਟਵਾਰ ਯੂਨੀਅਨ ਇਸ ਸਮੇਂ ਦੋਨੋਂ ਆਮਨੇ ਸਾਹਮਣੇ ਨੇ। ਜਿਹੜੀਆਂ ਗੁਦਾਰੀਆਂ ਹੋਣੀਆਂ ਸੀ ਮੁਆਵਜ਼ੇ ਵਾਸਤੇ, ਆਮ ਕਿਸਾਨ ਕਿੱਥੇ ਜਾਏ, ਆਮ ਲੋਕ ਕਿੱਥੇ ਜਾਣ, ਗੁਦਾਰੀਆਂ ਕਿਵੇਂ ਹੋਣਗੀਆਂ, ਕਿਵੇਂ ਮੁਆਵਜ਼ਾ ਮਿਲੇਗਾ, ਇਹ ਪਟਵਾਰੀਆਂ ਨੂੰ ਵੀ ਤੇ CM ਮਾਨ ਨੂੰ ਵੀ ਸਮਝ। ਹੁਣ ਇਸ ਮੁੱਦੇ ਦੇ ਉੱਤੇ ਹੁਣ ਕੋਈ ਜਵਾਬ ਦੇ ਤੈਅ ਕਰੂਗਾ ਕਿ ਆਮ ਲੋਕਾਂ ਦਾ ਕੀ ਕਸੂਰ ਹੈ? ਬਿਲਕੁਲ ਜੀ, ਅਸੀਂ ਇਹ ਪਟਵਾਰੀ ਦੀ 24 ਘੰਟੇ ਦੀ ਨੌਕਰੀ ਹੈ। CM ਸਾਹਿਬ ਤਾਂ ਕਹਿੰਦੇ ਨੇ ਅੰਗੂਠਾ ਲਾ ਕੇ, ਇਹਦਾ ਅੰਗੂਠਾ ਉਡੀਕਦੇ ਹੀ ਨਹੀਂ। ਸਾਡਾ 24 ਘੰਟੇ ਫੋਨ ਖੁੱਲ੍ਹੇ ਨੇ। ਜੇ ਸਾਨੂੰ ਰਾਤ ਨੂੰ 12 ਵਜੇ ਵੀ ਫੋਨ ਆ ਗਿਆ ਵੀ ਤੇਰੇ ਹਲਕੇ 'ਚ ਆਹ ਪ੍ਰੋਬਲਮ ਆ ਗਈ, ਅਸੀਂ ਰਾਤ ਨੂੰ 12 ਵਜੇ ਵੀ ਉੱਠ ਕੇ ਜਾਂਦੇ ਹਾਂ। ਬਿਲਕੁਲ ਪੰਜਾਬ ਦੇ ਚਿਹੇ ਪਟਵਾਰੀ ਘੱਟ ਨੇ, ਹਲਕੇ ਬੇਸ਼ੱਕ ਉਹਨਾਂ ਨੇ ਛੱਡਤੇ। ਜਿਹੜੇ 7 ਜ਼ਿਲ੍ਹਿਆਂ 'ਚ ਫਲੱਡ ਆਇਆ, ਉਹ 7 ਜ਼ਿਲ੍ਹਿਆਂ ਦਾ ਟੋਟਲ ਕੰਮ ਪਟਵਾਰੀ ਕਰ ਰਹੇ ਨੇ ਔਰ ਲਿਸਟਾਂ ਬਣਾਤੀਆਂ ਨੇ। ਜੋ
ਜੋ ਸਰਕਾਰ ਨੇ ਹੁਕਮ ਦਿੱਤਾ ਸੀ ਉਹ ਪੂਰਾ ਕਰਤਾ। ਅਗਰ ਅਧੂਰਾ ਰਹਿੰਦਾ ਸੀ ਉਹ ਵੀ ਪੂਰਾ ਕਰਾ ਰਹੇ ਹਾਂ। ਫਲੱਡ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਐਜੀਟੇਸ਼ਨ ਨਹੀਂ, ਉਹ ਹਲਕਿਆਂ ਦਾ ਕੰਮ ਬਿਲਕੁਲ ਹੋ ਰਿਹਾ ਜੀ। ਕੋਈ ਬਾਕੀ ਜਗ੍ਹਾ ਰਹੇਗਾ। ਬਾਕੀ ਜਗ੍ਹਾ ਤਾਂ ਜਿੱਥੇ ਉਹਨੂੰ ਪੇ ਨਹੀਂ ਮਿਲਦੀ ਉਹ ਨਹੀਂ ਕਰੇਗਾ। ਜੇ ਸਰਕਾਰ ਕਹਿੰਦੀ ਹੈ ਨੋ ਵਰਕ ਨੋ ਪੇ ਤੇ ਨੋ ਪੇ ਨੋ ਵਰਕ, ਫਿਰ ਉਹ ਵੀ ਸਾਡਾ ਵੀ ਅਧਿਕਾਰ ਹੈ, ਕੋਈ ਮਨੁੱਖੀ ਅਧਿਕਾਰ ਨੇ ਯਾਰ। ਇਹ ਥੋੜਾ ਵੀ ਤੁਸੀਂ ਇੱਕ ਬੰਦੇ ਤੇ 10 ਬੰਦਿਆਂ ਦਾ ਵਜਨ ਪਾਇਆ, ਉਹ ਮਰ ਜੂਗਾ। ਫਿਰ ਕਿੰਨਾ ਚਿਰ ਕੱਟੂਗਾ? ਇੱਕ ਬੰਦਾ 20 ਕਿਲੋ ਵਜਨ ਚੱਕ ਸਕਦਾ, ਤੁਸੀਂ ਉਹਦੇ ਕੁਇੰਟਲ ਦੀ ਬੋਰੀ ਧਰ ਦੋਗੇ, ਉਹਦੇ ਗੋਡੇ ਨਿਕਲ ਜਾਣਗੇ, ਉਹਦਾ ਛਾਤੀ ਪਾੜ ਜੂਗੀ ਉਹਦੀ। ਇਹ ਬੱਚੇ ਹੁਣ ਮੰਨ ਲਈਏ ਕਿ ਕੋਈ ਵੀ ਪਟਵਾਰੀ ਹੁਣ ਪ੍ਰਾਈਵੇਟ ਨੌਜਵਾਨ ਨੂੰ ਆਪਣੇ ਨਾਲ ਨਹੀਂ ਰੱਖੇਗਾ, ਇਹ ਮੰਨ ਲਈ ਅੱਜ ਤੋਂ ਬਾਅਦ ਪੰਜਾਬ 'ਚ। ਜੀ ਜੇ ਤੁਹਾਡੇ ਮੀਡੀਆ ਨੂੰ ਵੀ ਸਾਡੀ ਖੁੱਲੀ ਆ, ਅਗਰ ਕਿਸੇ ਕੋਲੇ ਹੈਗਾ ਫੜਾ ਦਿਓ, ਸਾਨੂੰ ਕੀ ਹੈ। ਮੈਂ ਤਾਂ ਆਪ ਅਸੀਂ ਫੜਾਂਗੇ। ਕੋਈ ਜੇ ਕਿਸੇ ਨੇ ਪ੍ਰਾਈਵੇਟ ਬੰਦਾ ਰੱਖਿਆ, ਯਾਰ ਅਣਖ ਨਾਲ ਜਿਉਣਾ ਚਾਹੀਦਾ ਹੈ। ਕੋਈ 2 ਰੋਟੀਆਂ ਖਾਣੀਆਂ ਨੇ, ਇਹ ਕੋਈ ਗੱਲ ਬਣੀ ਆਪਾਂ ਮਰਦੇ ਜਾਨ ਨਿਕਲਦੇ। ਮੈਂ ਤੁਹਾਡੇ ਜਰੀਏ ਵੀ ਪਟਵਾਰੀਆਂ ਨੂੰ ਬੇਨਤੀ ਕਰੂੰ, ਜੇ ਸਰਕਾਰ ਚਾਹੁੰਦੇ ਵੀ ਅਸੀਂ ਇਦਾਂ ਦਾ ਸਿਸਟਮ ਹੋਵੇ, ਯਾਰ ਸਾਨੂੰ ਉਹਦਾ ਹਿੱਸਾ ਬਣਨਾ ਚਾਹੀਦਾ। ਮੈਂ ਇਹ ਕਰੂੰਗਾ ਵੀ ਜਿਹੜਾ ਭਾਈ ਸਕੂਟਰ ਤੇ ਜਾਂਦਾ ਸਾਈਕਲ ਤੇ ਜਾਓ, ਜਿਹਦੇ ਕੋਈ ਗੱਡੀ ਨਹੀਂ ਸਕਦਾ ਤੁਰ ਕੇ ਵਗ ਜਾਓ ਯਾਰ। ਜੇ 2 ਕਿਲੋਮੀਟਰ ਤੇ ਦਫ਼ਤਰ ਜਾਨ ਨਿਕਲਦੀ ਹੈ, ਕੋਈ ਮਾੜੀ ਮੋਟੀ ਸਰੀਰ 'ਚ ਜਾਨ ਆਊਗੀ। ਆਪਦਾ ਅਣਖ ਨਾਲ ਜਿਉਂ। 2 ਰੋਟੀਆਂ ਖਾਣੀਆਂ ਨੇ, ਕਿਉਂ ਕਿਸੇ ਤੋਂ ਕਹਾ ਰਹੇ ਹੋ? ਤੇ ਬਾਕੀ ਤੁਸੀਂ ਕਮੈਂਟਾਂ ਵਾਲੀ ਗੱਲ ਕੀਤੀ ਸੀ, ਕਮੈਂਟਾਂ ਵਾਲੇ ਦੇ ਭਾਈ ਵਿਹਲੇ ਨੇ, ਉਹ ਤਾਂ ਵਿਹਲੜ ਨੇ। ਜਿਹੜੀ ਸਾਡੇ ਨਾਲ ਲੋਕਾਂ ਦੀ ਸਾਂਝ ਹੈ, ਉਹਨਾਂ ਕੋਲ ਵਿਚਾਰਾ ਨੋਕੀਏ ਦੇ ਫੋਨ ਨੇ, ਜਿਨ੍ਹਾਂ ਨਾਲ ਸਾਡੀ ਲਿਹਾਜ਼ ਹੈ, ਜਿਨ੍ਹਾਂ ਦੇ ਘਰਾਂ ਅਸੀਂ ਜਾਣਾ, ਜਿਨ੍ਹਾਂ ਦੇ ਅਸੀਂ ਜਾ ਕੇ ਮੰਜਿਆਂ 'ਤੇ ਬਹਿਣਾ ਹੈ, ਉਹ ਉਹਨਾਂ ਕੋਲ ਤਾਂ ਨੋਕੀਏ ਦੇ ਫੋਨ ਨੇ। ਵਿਚਾਰੇ ਕਮੈਂਟ ਕੀ ਪਾਉਣਗੇ? ਇਹਦਾ ਵਿਹਲੜ ਇੱਕ ਫੌਜ ਆ। ਉਹ ਦੱਸੋ ਵੀ ਅਜੇ ਉਹ ਜੁਆਇਨਿੰਗ ਲੈਟਰ ਦੇਣਾ ਜੇ ਭਗਵੰਤ ਮਾਨ ਸਰ ਨੇ ਆ ਪਰਸੋਂ ਨੂੰ, ਉਹਨਾਂ ਦੇ ਖਿਲਾਫ ਕਮੈਂਟ ਪਾਈ ਜਾਂਦੇ ਨੇ, ਕਰਪਟ ਨੇ, ਫਲਾਣੇ, ਉਹਨਾਂ ਨੇ ਜੇ ਟ੍ਰੇਨਿੰਗ ਨਹੀਂ ਕਰੀ, ਜੁਆਇਨ ਨਹੀਂ ਕਰਿਆ। ਉਹ ਭਾਈ ਫਿਰ ਇਹੋ ਜਿਹੇ ਜਿਹੜੇ ਤੁਸੀਂ ਕਰ ਲਓ ਜੁਆਇਨ। ਉਹਨਾਂ ਨੂੰ ਕਹਿਣਾ ਵੀ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਦਾ, ਜਿਹੜੀ FCI ਦੇ ਵਾਲੇ ਫੇਸਬੁੱਕ ਵਾਲੇ ਭਲਵਾਨ ਨੇ, ਇਹਨਾਂ ਨੂੰ ਜ਼ਰੂਰ ਸੱਦ ਲਓ, ਇਹਨਾਂ ਨੂੰ ਦਿਓ ਮੌਕਾ। ਨਹੀਂ, ਜੇ ਉਹ ਥੱਲੇ ਕਮੈਂਟ ਕਰ ਰਹੇ ਨੇ ਜਾਂ ਜੈਨੂਇਨ ਬੰਦਾ ਲਿਖ ਰਿਹਾ, ਕਿਤੇ ਨਾ ਕਿਤੇ ਕਮੀ ਤਾਂ ਹੋਊਗੀ ਨਾ। ਫਿਰ ਪਟਵਾਰੀ ਜੀ ਨੇ ਕਮੀ ਮੰਨ ਲਵੇ ਵੀ ਸਾਡੇ 'ਚ ਕਮੀ ਹੈਗੀ ਹੈ, ਜਾਂ ਉਹ ਕਹਿ ਦੇਣ ਥੱਲੇ ਵੀ ਕਰਪਸ਼ਨ ਨਾਲ ਲਿਪਟੇ, ਕੋਈ ਕੰਮ ਨਹੀਂ ਹੁੰਦਾ ਸਾਡਾ, ਪਟਵਾਰੀ ਬਿਨਾਂ ਪੈਸੇ ਲਏ ਕੰਮ ਨਹੀਂ ਕਰਦਾ। ਕਿ ਠੀਕ ਹੈ, ਸਾਰੇ ਨਹੀਂ ਕਰਪਟ ਹੋ ਸਕਦੇ, ਸਿਸਟਮ ਵਿੱਚ ਕਦੇ ਵੀ ਸਾਰੇ ਨਹੀਂ ਕਰਪਟ ਹੁੰਦੇ, ਪਰ ਕਮ ਸੇ ਕਮ ਜੋ ਕਰਪਟ ਨੇ ਪਟਵਾਰੀ ਯੂਨੀਅਨ, ਉਹ ਤਾਂ ਮੰਨ ਲਵੇ ਵੀ ਠੀਕ ਹੈ ਭਾਈ ਕਰਪਸ਼ਨ ਕੀਤੀ ਹੈ, ਫੜ ਲਓ ਜਾ ਕੇ ਇਹਨਾਂ ਨੂੰ। ਜਾਂ ਪੈਸੇ ਲੈ ਕੇ ਕੰਮ ਉਹਦੇ ਨੇ, ਇਹ ਵੀ ਮੰਨ ਲੈਣ ਕਿਤੇ ਨਾ ਕਿਤੇ। ਮੈਂ ਤਾਂ ਤੁਹਾਡੇ ਕੋਲ ਮੰਨ ਲਿਆ ਜੀ, ਜੱਟ ਜਿੰਨੇ ਮਰਜ਼ੀ ਕਈ ਵਾਰ ਕਣਕ ਸਾਫ਼ ਕਰਕੇ ਬੀਜਦਾ, ਉਹ 'ਚ ਕਾਲੰਗਿਆਰੀ ਫਿਰ ਪੈਦਾ ਹੋ ਜਾਂਦੀ ਹੈ। ਇਹ ਮੈਂ ਮੰਨ ਰਿਹਾ ਵੀ 5-7% ਸਾਡੇ 'ਚ ਵਪਾਰੀ ਹੈਗੇ ਨੇ, ਮੈਂ ਤਾਂ ਮੰਨ ਰਿਹਾ। 5-7% ਕਿ ਇਸ ਤੋਂ ਜ਼ਿਆਦਾ ਵੀ ਹੈਗੇ ਨੇ? ਨਹੀਂ, 5-7% ਹੀ ਨੇ, ਬਾਕੀ ਤਾਂ ਵੀ ਐਡੀ ਗੱਲ ਨਹੀਂ। ਉਹ ਉਹਨਾਂ ਨੂੰ ਦੇਖ ਕੇ ਫਿਰ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ, ਜਦ ਉਹ 5-7% ਕਾਲੀਆਂ ਐਨਕਾਂ ਲਾ ਕੇ ਆਉਂਦਾ, ਫਿਰ ਦੂਜੇ ਦਾ ਵੀ ਜੀ ਕਰਿਆ ਆਉਂਦਾ। ਪਰ ਇਹ ਅੱਜ ਕਲੰਕ ਲਾਉਣਾ, ਹੁਣ ਮਰ ਜਾਣ ਨੱਕ ਡਬੋ ਕੇ। ਜੇ ਹੁਣ ਵੀ ਕਰਪਸ਼ਨ ਕਰਨਗੇ, ਬੰਦਾ ਰੱਖਣਗੇ, ਬਈ ਨੌਕਰੀ ਛੱਡ ਜਾਣ। ਮੈਂ ਕਹਿੰਦਾ ਕੋਈ ਗੱਲ ਨਹੀਂ, ਫਿਰ ਜੇ ਕਿਸੇ ਦਾ ਸਰਦਾ ਹੀ ਨਹੀਂ ਹੈਗਾ ਭਾਈ, ਹੋਰ ਵਪਾਰ ਕਰ ਲਓ ਕੋਈ ਜਾ ਕੇ। ਇਹ ਕਿਰਪਾ ਕਰਕੇ ਹੁਣ ਸਾਡੇ ਪਟਵਾਰ ਦੇ ਉੱਤੇ ਕੋਈ ਵਪਾਰ ਨਾ ਕਰੇ। ਇਹਨੂੰ ਪਟਵਾਰੀ ਬਣ ਜਾਓ। ਪਟਵਾਰੀ ਤੁਹਾਨੂੰ ਰੱਬ ਤੋਂ ਬਾਅਦ ਦੂਜੇ ਨੰਬਰ 'ਤੇ ਅੱਜ ਵੀ ਪੂਜਣ ਲੱਗ ਜਾਣਗੇ। ਔਰ ਨੰਬਰ 2 ਦੇ ਉੱਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਬਿਆਨ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ। ਸੀਐਮ ਸਾਹਿਬ, ਅੱਜ ਪਟਵਾਰਖਾਨਿਆਂ 'ਚ ਜਿਹੜੇ ਬਿਜਲੀ ਦੇ ਕਨੈਕਸ਼ਨ ਹੈ ਨਹੀਂ, ਉਹ ਪਟਵਾਰੀਆਂ ਦੇ ਬਾਏ ਨੇਮ ਨੇ, ਆਪਦੇ ਕੋਲੋਂ ਬਿੱਲ ਭਰਦੇ ਨੇ। ਇਹ ਕਿਸੇ ਨੇ ਕਦੇ ਨਹੀਂ ਸੋਚਿਆ। ਔਰ 140 ਰੁਪਈਆ ਸਰਕਾਰ ਦਿੰਦੀ ਹੈ, ਲੋਕਾਂ ਨੇ ਆਪਦੇ ਕਿਰਾਏ 'ਤੇ ਲਏ ਹੋਏ ਨੇ 5-5 ਮਹੀਨੇ ਦੇ ਦਫ਼ਤਰ। ਤੇ ਹੁਣ ਮੈਨੂੰ ਪਤਾ ਲੱਗਿਆ ਕੁਝ ਜ਼ਿਲ੍ਹਿਆਂ 'ਚ ਪਟਵਾਰੀਆਂ ਨੇ ਉਹ ਰਿਕਾਰਡ ਬੰਨ੍ਹ ਕੇ DC ਤਹਿਸੀਲਦਾਰਾਂ ਦੇ ਸਿੱਟਣ ਲੱਗ ਗਏ ਵੀ ਮੈਨੂੰ ਸਰਕਾਰੀ ਬਿਲਡਿੰਗ ਦੇ। ਸਰਕਾਰੀ ਬਿਲਡਿੰਗਾਂ ਤਿਆਰ ਕਰਨ। ਆ ਗਰਮੀ ਪੈਂਦੀ ਹੈ ਯਾਰ, ਅਸੀਂ ਹਰ ਚੀਜ਼ ਪੈਸੇ ਨਾਲ ਦਿੰਦੇ ਹਾਂ। ਜਿਹੜੀ ਸਾਡੇ ਕੋਲ ਲੋਕ ਆਉਂਦੇ ਨੇ, ਅਸੀਂ ਉਹਦਾ ਫਰੀ 'ਚ ਕੋਈ ਕੰਮ ਨਹੀਂ ਕਰਦੇ। ਹਰੇਕ ਫਰਦ ਦਾ ਅਸੀਂ 20 ਰੁਪਏ ਲੈਂਦੇ ਹਾਂ। ਹਰੇਕ ਇੰਤਕਾਲ ਦੀ 600 ਰੁਪਏ ਫੀਸ ਹੈ। ਜਦ ਅਸੀਂ ਭਾਈ ਪੈਸੇ ਲੈਣੇ ਨੇ, ਫਿਰ ਲੋਕ ਗਰਮੀ 'ਚ ਕਿਉਂ ਮਰਨ ਸਾਡੇ ਕੋਲ? ਅਸੀਂ ਉਹਨਾਂ ਨੂੰ ਸਹੂਲਤ ਵੀ ਦਈਏ ਯਾਰ। AC ਹੋਣੇ ਚਾਹੀਦੇ ਨੇ। ਲੋਕ ਜੇ ਪੈਸੇ ਦੇ ਕੇ ਸਾਡੇ ਤੋਂ ਕੰਮ ਕਰਾਉਣਾ, ਉਹਨਾਂ ਨੂੰ ਸਹੂਲਤ ਵੀ ਮਿਲਣੀ ਚਾਹੀਦੀ। ਪਾਣੀ ਉੱਥੇ ਪੀਣ ਨੂੰ ਹੋਣਾ ਚਾਹੀਦਾ, ਬਾਥਰੂਮ ਚਾਹੀਦੇ ਨੇ, AC ਲੱਗਿਆ ਹੋਣਾ ਚਾਹੀਦਾ। ਇਹ ਸਾਰਾ ਕੁਝ ਚਾਹੀਦਾ। ਜੇ ਪੈਸੇ ਬਿਨਾਂ ਤਾਂ ਅਸੀਂ ਕੋਈ ਚੀਜ਼ ਦਿੰਦੇ ਹੀ ਨਹੀਂ। ਅਸੀਂ ਰਿਕਾਰਡ ਦਿਖਾਉਣਾ, ਉਹਦੇ ਵੀ ਪੈਸੇ ਲੈਣੇ ਨੇ। ਸੋ ਇਸ ਕਰਕੇ ਜੇ ਅਸੀਂ ਕੰਮ ਪੈਸੇ ਵਾਲਾ ਕਰਨਾ ਹੈ, ਇਨਕਮ ਵਾਲਾ ਕੰਮ ਕਰਨਾ, ਤਾਂ ਲੋਕਾਂ ਨੂੰ ਸਹੂਲਤ ਵੀ ਮਿਲਣੀ ਚਾਹੀਦੀ ਹੈ। ਤੇ ਸਾਡੀ ਗੱਲ ਬਾਤ ਸੁਣੀਏ, ਸਾਬਕਾ ਯੂਨੀਅਨ ਜੋ ਪਟਵਾਰ ਦੀ ਸੀ, ਉਸ ਦੇ ਪ੍ਰਧਾਨ ਸਨ ਮੋਹਨ ਸਿੰਘ, ਜਿਨ੍ਹਾਂ ਨੇ ਹੁਣ ਚਰਚਾ ਕੀਤੀ ਹੈ ਕਿ 5-7% ਕਰਪਸ਼ਨ ਹੋ ਸਕਦੀ ਹੈ, ਪਰ ਉਹ ਵੀ ਕਲੰਕ ਕਹਿੰਦੇ ਅਸੀਂ ਸਿਰੋਂ ਲਾਣਾ। ਜੇ ਨੌਕਰੀ ਨਹੀਂ ਕਰ ਸਕਦੇ ਪਟਵਾਰੀ, ਜੇ ਕਰਪਸ਼ਨ ਹੀ ਕਰਨੀ ਹੈ ਤਾਂ ਪਟਵਾਰੀ ਆਪਣੀ ਨੌਕਰੀ ਛੱਡ ਦੇਣ। ਮਾਨ ਸਾਹਿਬ ਨੂੰ ਕਿਹਾ ਕਿ 710 ਜੋ ਨੌਜਵਾਨ ਨੂੰ ਟ੍ਰੇਨਿੰਗ ਪੱਤਰ ਦੇਣਗੇ, ਜੁਆਇਨ ਕਰਵਾਉਣਗੇ, ਉਹਨਾਂ ਦੀਆਂ ਤਨਖਾਹਾਂ ਦੱਸ ਦਿਓ ਕਿੰਨੀਆਂ ਤਨਖਾਹਾਂ ਦੇ ਜੁਆਇਨ ਕਰਵਾਉਣਾ ਹੈ। ਅਗਲਾ ਸਵਾਲ ਹੈ ਕਿ ਕੋਈ ਵੀ ਪਟਵਾਰੀ ਹੁਣ ਪ੍ਰਾਈਵੇਟ ਤੌਰ ਉੱਤੇ ਕਿਸੇ ਵੀ ਨੌਜਵਾਨ ਨੂੰ ਆਪਣੇ ਨਾਲ ਨਹੀਂ ਰੱਖੇਗਾ। ਜੇ ਰੱਖਣਗੇ ਤਾਂ ਲੋਕ ਸਵਾਲ ਕਰਨ ਵੀ ਤੁਹਾਡੇ ਨਾਲ ਕਿਉਂ ਬੈਠਾ। ਮੇਰਾ ਇੱਕ ਸਵਾਲ ਹੈ, ਬੇਨਤੀ ਹੈ ਮੇਰੀ ਸੀਐਮ ਸਾਹਿਬ ਨੂੰ, ਵੀ ਪਟਵਾਰੀਆਂ ਕੋਲੇ ਜਿਹੜੀ ਸਟੇਸ਼ਨਰੀ ਨਹੀਂ ਹੈਗੀ, ਜਿਹੜੀਆਂ ਨਕਲਾਂ ਦੇਣੀਆਂ ਨੇ, ਮੈਨੂੰ ਅੱਜ ਹੀ ਪਟਵਾਰੀਆਂ ਦੇ ਫੋਨ ਆਏ ਨੇ ਵੀ ਜੇ ਤੁਹਾਡੀ ਭਾਈ ਕਿਤੇ ਇੰਟਰਵਿਊ ਹੁੰਦੀ ਹੈ ਤਾਂ ਗੱਲ ਦੱਸ ਦਿਓ। ਜਿਹੜੀਆਂ ਨਕਲਾਂ ਅਸੀਂ ਉਤਾਰ ਕੇ, ਜਿਹੜੀਆਂ ਤਾਂ ਮੌਜੂਦਾ ਨਕਲਾਂ ਨੇ, ਉਹ ਤਾਂ ਸੁਵਿਧਾ ਕੇਂਦਰ ਤੋਂ ਮਿਲ ਜਾਂਦੀ ਹੈ। ਜਿਹੜੀਆਂ ਅਸੀਂ 30 ਸਾਲੀਆਂ ਤਿਆਰ ਕਰਕੇ ਦਿੰਦੇ ਹਾਂ, ਉਹਦੇ ਵਾਸਤੇ
ਪਟਵਾਰੀ ਦੇ ਫਾਰਮ ਹੁੰਦੇ ਨੇ, ਗਿਰਦਾਵਰੀ ਦੇ ਫਾਰਮ ਹੁੰਦੇ ਨੇ, ਜਮ੍ਹਾਂਬੰਦੀ ਦੇ ਫਾਰਮ ਹੁੰਦੇ ਨੇ, ਉਹ ਗਵਰਨਮੈਂਟ ਪ੍ਰਿੰਟਿੰਗ ਪ੍ਰੈਸ 'ਚ ਬਣਨੇ ਹੀ ਬੰਦ ਹੋ ਗਏ ਨੇ। ਹੁਣ ਅੱਜ ਤੋਂ ਲੋਕਾਂ ਨੂੰ ਇਹ ਵੀ ਸਮੱਸਿਆ ਹੋਣੀ, ਜਦੋਂ ਹੁਣ ਅਸੀਂ ਪਟਵਾਰੀਆਂ ਨੂੰ ਕਹਿੰਦਾ ਤੁਸੀਂ ਪੈਸਾ ਕਿਸੇ ਤੋਂ ਨਹੀਂ ਲੈਣਾ, ਤਾਂ ਫਿਰ ਉਹ ਫਰਦਾਂ ਦੇ ਜਿਹੜੇ ਹੁਣ ਖਾਲੀ ਕਾਗਜ਼ ਨੇ ਉਹ ਹੈ ਨਹੀਂ, ਉਹ ਜਲਦੀ ਤੋਂ ਜਲਦੀ ਜਿਹੜੇ ਪਟਵਾਰੀਆਂ ਨੂੰ ਮੁਹੱਈਆ ਕਰਵਾ ਦਿੱਤੇ ਜਾਣ। ਇੰਤਕਾਲ ਰਜਿਸਟਰ ਵੀ ਜੇ ਕਿਸੇ ਨੇ ਇੰਤਕਾਲ ਦੀ ਨਕਲ ਲੈਣੀ ਆ ਤੇ ਗਿਰਦਾਵਰੀ ਦੀ ਨਕਲ ਲੈਣੀ ਹੈ, ਜਮ੍ਹਾਂਬੰਦੀ ਦੀ ਨਕਲ ਲੈਣੀ ਹੈ, ਉਹ ਸਾਰੇ ਜਿਹੜੇ ਗਵਰਨਮੈਂਟ ਪ੍ਰਿੰਟਿੰਗ ਪ੍ਰਿੰਟ ਤੋਂ ਛਪ ਕੇ ਤੁਰੰਤ ਜਿਹੜੇ ਜਲਦੀ ਤੋਂ ਜਲਦੀ ਉਹ ਦਫ਼ਤਰਾਂ 'ਚ ਪਹੁੰਚ ਜਾਣੇ ਚਾਹੀਦੇ ਨੇ।